ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਤਕ ਕਹਿਤ ਹੈ ਗ੍ਰੰਥ ਕੋ। ਕੁਝ ਪ੍ਰੇਮੀ ਏਦਾਂ ਕਹਿੰਦੇ ਹਨ ਕਿ ਭਾਈ ਬੰਨੋ ਜੀ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਬਣਾਉਣ ਵਾਸਤੇ ਲੈ ਗਏ ਸਨ। ਜਿਲਦ ਬੰਧਾਵਨ ਕਾਜ। ਕਿ ਜਿਲਦ ਬਣਾਉਣ ਵਾਸਤੇ ਭਾਈ ਬੰਨੋ ਜੀ ਮਹਾਰਾਜ ਦੇ ਕੋਲੋਂ ਭਾਈ ਗੁਰਦਾਸ ਜੀ ਵਾਲਾ ਲਿਖਿਆ ਹੋਇਆ ਪਹਿਲਾ ਸਰੂਪ ਲੈ ਕੇ ਗਏ ਨੇ। ਭੇਜਿਓ ਲਵਪੁਰ ਨਗਰ ਕੋ। ਲਾਹੌਰ ਭੇਜਿਆ ਸੀ ਗੁਰੂ ਜੀ ਨੇ। ਗੁਰੂ ਗਰੀਬ ਨਿਵਾਜ। ਗੁਰੂ ਗਰੀਬ ਨਵਾਜ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਬੰਨੋ ਦੀ ਡਿਊਟੀ ਲਾਈ ਸੀ ਵੀ ਤੁਸੀਂ ਗੁਰੂ ਮਹਾਰਾਜ ਦਾ ਸਰੂਪ ਦਾ ਸਵਾਰੇ ਦਾ ਜਿਲਦ ਬਣਵਾ ਕੇ ਲਿਆਓ। ਹਾਂਜੀ, ਤਹ ਆਵਤ ਜਾਤੇ ਲਿਖਿਓ। ਉਥੋਂ ਆਉਂਦਿਆਂ ਜਾਂਦਿਆਂ ਉਹਨਾਂ ਨੇ ਉਹਦੀ ਕਾਪੀ ਹੋਰ ਕਰ ਲਈ, ਨਕਲ ਕਰ ਲਈ। ਦੂਸਰਾ ਸਰੂਪ ਮਹਾਰਾਜ ਦਾ ਤਿਆਰ ਹੋ ਗਿਆ। ਬੰਨੋ ਗ੍ਰੰਥ ਦਿੱਤੀਆ। ਜੋ ਭਾਈ ਬੰਨੋ ਜੀ ਵਾਲਾ ਦੂਸਰਾ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਮਹਿਮਾ ਸ੍ਰੀ ਸਤਿਗੁਰੂ ਕੀ। ਇਹਦੇ ਵਿੱਚ ਗੁਰੂ ਦੀ ਮਹਿਮਾ ਹੀ ਹੈ। ਭਾਵੇਂ ਉਹ ਭਾਈ ਬੰਨੋ ਜੀ ਆਪਣੇ ਪਿੰਡ ਲਿਜਾ ਕੇ ਲਿਖਣ ਤੇ ਭਾਵੇਂ ਲਾਹੌਰ ਜਾਂਦਿਆਂ, ਇਹ ਗੱਲ ਪੱਕੀ ਹੈ ਕਿ ਪਹਿਲੀ ਜਿਹੜੀ ਨਕਲ ਹੈ ਉਹ ਭਾਈ ਬੰਨੋ ਸਾਹਿਬ ਜੀ ਨੇ ਕੀਤੀ। ਇਹ ਇਤਿਹਾਸ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹਿਸਟਰੀ ਹੈ ਕਿ ਪਹਿਲਾ ਸਰੂਪ ਭਾਈ ਗੁਰਦਾਸ ਜੀ ਵਾਲਾ ਹੈ, ਦੂਸਰਾ ਸਰੂਪ ਭਾਈ ਬੰਨੋ ਜੀ ਵਾਲਾ ਹੈ, ਤੀਸਰਾ ਉਹ ਸਰੂਪ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਕੋਲੋਂ ਲਿਖਵਾਇਆ ਦਮਦਮੇ ਸਾਹਿਬ, ਜਿਹਨੂੰ ਦਮਦਮੀ ਬੀੜ ਕਹਿੰਦੇ, ਜਿਹਦਾ ਆਪਾਂ ਹੁਣ ਗੁਰਦੁਆਰਿਆਂ 'ਚ ਦਰਸ਼ਨ ਕਰ ਰਹੇ ਹਾਂ। ਆਲ ਵਰਲਡ ਵਿੱਚ ਇਸੇ ਸਰੂਪ ਦਾ ਪ੍ਰਕਾਸ਼ ਹੁੰਦਾ ਹੈ, ਦਮਦਮੀ ਬੀੜ ਦਾ। ਪਹਿਲੀਆਂ ਦੋ ਬੀੜਾਂ ਜਿਹੜੀਆਂ ਹਨ, ਜਿਹੜੀ ਕਰਤਾਰਪੁਰ ਬੀੜ ਹੈ ਉਹ ਪਹਿਲੀ ਬੀੜ ਹੈ, ਸੋਢੀ ਬਾਬਾ ਧੀਰਮਲ ਜੀ ਦੇ ਪਰਿਵਾਰ ਕੋਲ ਹੈ। ਦੂਸਰੀ ਬੀੜ ਭਾਈ ਬੰਨੋ ਸਾਹਿਬ ਜੀ ਦੇ ਵਾਲੀ ਉਹ ਕਾਨਪੁਰ ਦੇ ਵਿੱਚ ਹੈ। ਤੋ ਸਾਧ ਸੰਗਤ ਜੀ, ਜਿਹੜੀ ਦਮਦਮੇ ਵਾਲੀ ਬੀੜ ਹੈ, ਇਹ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਸਾਰੇ ਗੁਰਦੁਆਰਿਆਂ 'ਚ ਪ੍ਰਕਾਸ਼ ਹੁੰਦਾ ਹੈ। ਇਹ ਮਹਾਰਾਜ ਸਾਹਿਬ ਜੀ ਦੇ ਸਰੂਪਾਂ ਦਾ ਇਤਿਹਾਸ ਹੈ। ਹਾਂਜੀ, ਸਭ ਵਿਦ ਉੱਤਮ ਥੀ। ਮਹਾਰਾਜ ਨੇ ਬੜੀ ਪ੍ਰਕਾਰ ਨਾਲ ਉੱਤਮ ਤਰੀਕੇ ਨਾਲ ਇਹ ਸਰੂਪ ਲਿਖਵਾਏ ਤੇ ਜਿਲਦਾਂ ਬਣਵਾਈਆਂ ਹਨ। ਹਾਂਜੀ, ਸਵਈਆ ਸੰਮਤ 1661 ਹੈ। ਸੰਮਤ 1661 ਸੀਗਾ। ਸੰਮਤ 1661 ਬਿਕਰਮੀ ਸਨ 1604 ਈਸਵੀ ਸੀਗਾ, ਜਿਹੜਾ 2018 ਚੱਲ ਰਿਹਾ ਉਦੋਂ 1604 ਸੀ। ਹਾਂਜੀ, ਭਾਦਵ ਕੀ ਸੁਧ ਏਕਮ ਜਾਨੋ। ਭਾਦਰੋਂ ਸੁਦੀ ਏਕਮ ਦਾ ਦਿਹਾੜਾ ਸੀ। ਹਾਂਜੀ, ਗ੍ਰੰਥ ਸਮਾਪਤ ਸ੍ਰੀ ਗੁਰ ਕੀ। ਮਹਾਰਾਜ ਨੇ ਉਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਭੋਗ ਪਾਇਆ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਸੰਪੂਰਨ ਕਰਕੇ ਜਿਲਦ ਬਣਾਈ ਕਰਾਈ। ਹਾਂਜੀ, ਮਹਾ ਉਤਸਾਹ ਗੁਰੂ ਘਰ ਠਾਨੋ। ਬੜਾ ਉਤਸ਼ਾਹ ਹੋਇਆ ਉਸ ਦਿਨ ਭਾਦਰੋਂ ਸੁਦੀ ਏਕਮ ਸੰਮਤ 1661 1604 ਈਸਵੀ ਨੂੰ ਮਹਾਰਾਜ ਦਾ ਸਰੂਪ ਪੂਰਨ ਹੋ ਗਿਆ। ਹਾਂਜੀ, ਸੰਗਤ ਦੇਸ਼ ਵਿਦੇਸ਼ਨ ਕੀ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਚੱਲ ਚੱਲ ਕੇ ਆਈਆਂ ਦਰਸ਼ਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ। ਹਾਂਜੀ, ਸੁਣ ਕੇ ਮਨ ਆਨੰਦ ਧੀਰਗ ਮਾਨੋ। ਜਿੱਥੇ ਜਿੱਥੇ ਗੁਰੂ ਨਾਨਕ ਦੇ ਪਿਆਰੇ ਸਿੱਖ ਬੈਠੇ ਸਨ, ਉਹਨਾਂ ਨੂੰ ਇੱਕ ਖਬਰ ਮਿਲੀ, ਬੜੇ ਖੁਸ਼ ਹੋਏ, ਬੜਾ ਚੰਗਾ ਕੰਮ ਹੋ ਗਿਆ, ਸਾਨੂੰ ਮਹਾਰਾਜ ਨੇ ਆਪਣਾ ਗ੍ਰੰਥ ਬਖਸ਼ ਦਿੱਤਾ ਹੈ। ਸਾਧ ਸੰਗਤ ਜੀ, ਕਿਸੇ ਕੌਮ ਦੇ, ਕਿਸੇ ਧਰਮ ਦੇ, ਕਿਸੇ ਮਜ਼ਹਬ ਦੇ, ਜਾਤੀ ਦੇ ਵਾਸਤੇ ਜ਼ਰੂਰੀ ਹੁੰਦਾ ਉਹਨਾਂ ਦੀ ਆਪਣੀ ਲਿਪੀ ਹੋਵੇ, ਆਪਣੀ ਬੋਲੀ ਹੋਵੇ, ਆਪਣਾ ਨਿਸ਼ਾਨ ਸਾਹਿਬ ਹੋਵੇ, ਆਪਣਾ ਗ੍ਰੰਥ ਹੋਵੇ, ਆਪਣਾ ਧਰਮ ਕੇਂਦਰ ਹੋਵੇ। ਗੁਰੂ ਸਾਹਿਬ ਨੇ ਸਾਨੂੰ ਸਾਰਾ ਕੁਝ ਦਿੱਤਾ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤ ਸਰੋਵਰ, ਅਕਾਲ ਤਖਤ ਸਾਹਿਬ, ਇਹ ਸਿੱਖੀ ਦਾ ਕੇਂਦਰ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਸਾਡੇ ਧਰਮ ਗ੍ਰੰਥ ਬਣਾ ਦਿੱਤੇ, ਇਸ਼ਟ ਬਣਾ ਦਿੱਤੇ। ਫਿਰ ਸਾਨੂੰ ਆਪਣੀ ਬੋਲੀ ਦਿੱਤੀ, ਆਪਣੀ ਲਿਪੀ ਗੁਰਮੁਖੀ ਦਿੱਤੀ। ਬੜਾ ਕੁਝ ਗੁਰੂਆਂ ਨੇ ਦਿੱਤਾ। ਕਿਸੇ ਚੀਜ਼ ਦੀ ਸਾਡੇ ਕੋਲ ਕਮੀ ਨਹੀਂ। ਬਸ ਕਮੀ ਹੈ ਤੇ ਸਾਧ ਸੰਗਤ ਦੀ ਸ਼ਰਧਾ ਦੀ ਹੈ, ਉਹ ਸਾਡੇ 'ਚ ਘਟ ਰਹੀ। ਮਾਫ ਕਰਨਾ, ਅਸੀਂ ਸੁਣੀ ਸੁਣਾਈ ਗੱਲ ਤੇ ਗੁਰੂ ਤੋਂ ਸ਼ੰਕਾ ਕਰ ਲੈਂਦੇ। ਸ਼ਰਧਾ ਵਾਲੇ ਦੇ ਬੇੜੇ ਪਾਰ ਹੋਣੇ ਨੇ। ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰੀ ਹੈ।
ਹਾਂਜੀ। ਦੇਖਨ ਆਵਤ ਭਾਵ ਬਦਾਵਤ। ਹਜ਼ਾਰਾਂ ਸੰਗਤਾਂ ਸ਼ਰਧਾ ਨਾਲ ਸ੍ਰੀ ਅੰਮ੍ਰਿਤਸਰ ਆ ਰਹੀਆਂ ਨੇ ਭਾਵਨਾ ਦੇ ਨਾਲ ਦਰਸ਼ਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ। ਕੋ ਲਿਖ ਵਾਵਨ ਕੋ ਹਿਤ ਬਾਣੋ। ਤੇ ਕਈ ਚਾਹੁੰਦੇ ਆ ਵੀ ਅਸੀਂ ਉਤਾਰਾ ਕਰਵਾ ਲਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅਸੀਂ ਆਪਣੇ ਪਿੰਡ 'ਚ ਵੀ ਰੱਖੀਏ, ਆਪਣੇ ਸ਼ਹਿਰ 'ਚ ਰੱਖੀਏ, ਏਦਾਂ ਸਿੱਖ ਚਾਹੁੰਦੇ। ਤੋ ਉਹ ਸਿੱਖ ਜਿਹੜੇ ਉਤਾਰਾ ਕਰਵਾਉਣ ਵਾਲੇ ਸੀ, ਗੱਲ ਵਿੱਚ ਆ ਗਈ ਹੈ, ਉਹਨਾਂ ਨੇ ਜਿਹੜੇ ਉਤਾਰੇ ਕਰਵਾਏ ਉਹ ਭਾਈ ਬੰਨੋ ਵਾਲੀ ਬੀੜ ਤੋਂ ਕਰਾਏ। ਇਸ ਕਰਕੇ 2500 ਤੋਂ ਵੱਧ ਕੇ ਬੀੜਾਂ ਦੀ ਲਿਸਟ ਦਾਸ ਨੇ ਪੜ੍ਹੀ ਹੈ, ਜਿਹੜੀਆਂ ਭਾਈ ਬੰਨੋ ਜੀ ਦੇ ਹੱਥ ਦੇ ਲਿਖੇ ਸਰੂਪ ਦੇ ਉਤਾਰੇ ਸਨ। ਲਗਭਗ 80-90 ਸਰੂਪ ਅਸੀਂ ਆਪਣੀ ਜ਼ਿੰਦਗੀ 'ਚ ਦੇਖੇ ਹੈ, ਬਚਪਨ ਤੋਂ ਲੈ ਕੇ ਹੁਣ ਤੱਕ। ਅਸਾਮ, ਪਟਨਾ ਸਾਹਿਬ, ਹਜੂਰ ਸਾਹਿਬ, ਅੰਮ੍ਰਿਤਸਰ ਸਾਹਿਬ ਤੇ ਟਕਸਾਲਾਂ, ਸੰਪਰਦਾਵਾਂ, ਉਦਾਸੀ, ਮਹਾਤਮਾ ਨਿਰਮਲਿਆਂ, ਨਿਹੰਗਾਂ ਸਿੰਘਾਂ ਦੇ ਡੇਰਿਆਂ ਵਿੱਚ ਪੁਰਾਣੇ ਜਿਹੜੇ ਸਰੂਪ ਸਾਂਭੇ ਹੋਏ ਨੇ, ਜ਼ਿਆਦਾਤਰ ਉਹ ਭਾਈ ਬੰਨੋ ਵਾਲੇ ਉਤਾਰੇ। ਜਿਹੜੇ ਗੁਰੂ ਅਰਜਨ ਦੇਵ ਜੀ ਵਾਲਾ ਸਰੂਪ ਹੈ ਇੱਕੋ ਹੀ ਹੈ, ਉਹਦਾ ਕੋਈ ਉਤਾਰਾ ਦੂਜਾ ਨਹੀਂ ਮਿਲਦਾ, ਉਹ ਕਰਤਾਰਪੁਰ ਸਾਹਿਬ। ਉਹ ਉਸ ਬੀੜ ਦੀ ਦੂਜੀ ਕਾਪੀ ਤੁਹਾਨੂੰ ਕਿਤੋਂ ਨਹੀਂ ਮਿਲੇਗੀ, ਉਹ ਇੱਕੋ ਹੀ ਹੈ। ਬਾਕੀ ਭਾਈ ਬੰਨੋ ਸਾਹਿਬ ਵਾਲੇ ਜਿਹੜੇ ਨੇ ਉਤਾਰੇ, ਉਹ ਸੈਂਕੜਿਆਂ ਦੀ ਤਾਦਾਦ ਵਿੱਚ ਹੋਏ ਨੇ, ਹਜ਼ਾਰਾਂ ਦੀ ਤਾਦਾਦ 'ਚ ਹੋਏ ਨੇ। ਅਸਾਮ ਦੇ ਵਿੱਚ, ਇੱਧਰ ਬਿਹਾਰ ਦੇ ਵਿੱਚ ਉਦਾਸੀ ਮਹਾਤਮਾ ਦੇ ਡੇਰਿਆਂ 'ਚ ਦਾਸ ਨੇ ਦੇਖਿਆ ਜਾ ਕੇ ਹੱਥ ਲਿਖੇ ਹੋਏ ਸਾਰੇ ਹੀ ਭਾਈ ਬੰਨੋ ਵਾਲੇ ਸਰੂਪ ਨੇ। ਕਾਬਲ ਦੇ ਵਿੱਚ, ਪਸ਼ਾਵਰ ਦੇ ਵਿੱਚ ਔਰ ਜਲਾਲਾਬਾਦ, ਇੱਧਰ ਅਸੀਂ ਗਏ ਤਾਂ ਨਹੀਂ, ਪਰ ਡਾਕਟਰ ਗੰਡਾ ਸਿੰਘ ਜੀ ਹੋਰਾਂ ਨੇ ਉਧਰ ਦੇ ਸਰੂਪਾਂ ਦੀ ਇੱਕ ਲਿਸਟ ਬਣਾਈ ਸੀ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਹੜੇ ਕਿਹੜੇ ਸ਼ਹਿਰ 'ਚ, ਕਾਬਲ ਦੇ ਵਿੱਚ, ਪਸ਼ਾਵਰ ਦੇ ਵਿੱਚ, ਪਾਕਿਸਤਾਨ, ਉਹ ਜਿੰਨੇ ਵੀ ਨੇ ਭਾਈ ਬੰਨੋ ਵਾਲੇ ਸਰੂਪਾਂ ਦਾ ਹੀ ਉਤਾਰਾ ਹੈ। ਸੋ ਇਹ ਸਰੂਪ ਗੁਰਸਿੱਖਾਂ ਨੇ ਉਦੋਂ ਲਿਖਵਾਏ ਸੀ। ਜਿਹੜੇ ਗੁਰਸਿੱਖ ਆਏ ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਭਾਈ ਬੰਨੋ ਵਾਲੀ ਬੀੜ ਦੇ ਉਹ ਫਿਰ ਕਾਪੀਆਂ ਕਰਦੇ ਰਹੇ, ਕਿਉਂਕਿ ਜਿਹੜੀ ਗੁਰੂ ਅਰਜਨ ਦੇਵ ਜੀ ਵਾਲਾ ਸਰੂਪ ਸੀ ਉਹ ਤਾਂ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਹੁੰਦਾ ਸੀ। ਹਰਿਮੰਦਰ ਸਾਹਿਬ 'ਚ ਬਹਿ ਕੇ ਉਤਾਰੇ ਨਹੀਂ ਸੀ ਹੋ ਸਕਦੇ, ਉੱਥੇ ਰੋਜ਼ ਪਾਠ ਕੀਰਤਨ ਹੋਈ ਜਾਣਾ। ਜਿਹੜੀ ਦੂਜੀ ਬੀੜ ਸੀ ਉਹ ਭਾਈ ਬੰਨੋ ਵਾਲੀ, ਉਹਦੇ ਤੋਂ ਸਿੱਖ ਨਕਲ ਕਰਦੇ ਗਏ, ਗਾਂ ਦੀ ਗਾਂ ਬਹੁਤ ਬੀੜਾਂ ਤਿਆਰ ਹੋਈਆਂ, ਜਿਹੜੀਆਂ ਅੱਜ ਵੀ ਸਾਨੂੰ ਮਿਲਦੀਆਂ। ਬਹੁਤੀਆਂ ਬੀੜਾਂ 1984 ਦੇ ਵਿੱਚ ਅਟੈਕ ਵੇਲੇ ਉਹ ਜਦੋਂ ਲਾਇਬ੍ਰੇਰੀ ਚੁੱਕ ਕੇ ਲੈ ਗਏ ਨਾ, ਉਹ ਸਾਰੀਆਂ ਬੀੜਾਂ ਨਾਲ ਹੀ ਲੈ ਗਏ ਮੁੜ ਕੇ। ਉਹ ਸਾਨੂੰ ਅਜੇ ਤੱਕ ਨਹੀਂ ਮਿਲੀਆਂ, ਉਹ ਪਤਾ ਨਹੀਂ ਕਦੋਂ ਮਿਲਣੀਆਂ। ਉਹ ਖਜ਼ਾਨਾ ਵੀ ਉਸੇ ਉਹ ਭਾਈ ਬੰਨੋ ਵਾਲੀ ਬੀੜ ਦੇ ਉਤਾਰੇ ਸਨ। ਹਾਂਜੀ। ਆਦਿਕ ਹੈ ਸਿੱਖ ਸੰਗਤ। ਬ੍ਰਹਮ ਗਿਆਨੀ ਭਾਈ ਬੰਨੋ ਜੀ ਵਰਗੇ ਸਿੱਖ ਗੁਰੂ ਜੀ ਕੋਲ ਬੈਠੇ ਨੇ, ਬਾਬਾ ਬੁੱਢਾ ਜੀ ਬੈਠੇ ਨੇ, ਭਾਈ ਗੁਰਦਾਸ ਜੀ ਬੈਠੇ ਨੇ। ਸ੍ਰੀ ਗੁਰ ਬੈਠ ਦੀਵਾਨ ਲਗਾਇਓ। ਮਹਾਰਾਜ ਨੇ ਦੀਵਾਨ ਲਾਇਆ ਹੈ ਰਾਮਸਰ ਦੇ ਵਿੱਚ। ਸ੍ਰੀ ਹਰਿ ਗੋਬਿੰਦ ਪਾਸ ਬਿਰਾਜਤ। ਤੇ ਉਸ ਵੇਲੇ 9 ਸਾਲ ਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਕੋਲ ਬੈਠੇ ਸੋਭਾ ਪਾ ਰਹੇ ਨੇ। ਚੰਦ ਮਨੋ ਪਰਵਾਰ ਸੁਹਾਇਓ। ਤੇ ਸਿੱਖ ਮਹਾਰਾਜ ਦੇ ਆਲੇ ਦੁਆਲੇ ਇਦਾਂ ਨੇ ਜਿਵੇਂ ਚੰਦ ਦੇ ਆਲੇ ਦੁਆਲੇ ਤਾਰੇ ਸੋਭਦੇ ਨੇ। ਹਾਂਜੀ। ਸੀਖ ਲੱਗੇ ਸਭ ਕੋ ਤਬ ਦੇਵਨ। ਗੁਰੂ ਅਰਜਨ ਦੇਵ ਜੀ ਆਪਣੀਆਂ ਸੰਗਤਾਂ ਨੂੰ ਸਿੱਖਿਆ ਦੇਣ ਲੱਗੇ ਹਨ। ਸ੍ਰੀ ਭਰਿਓ ਬਚਿਓ ਫਰਮਾਇਓ। ਉਹ ਬਚਨ ਪੰਜਵੇਂ ਪਾਤਸ਼ਾਹ ਸੰਗਤਾਂ ਨੂੰ ਕਹਿ ਰਹੇ ਨੇ, ਜਿਨ੍ਹਾਂ ਨਾਲ ਸੰਗਤਾਂ ਦਾ ਭਲਾ ਹੋਣਾ, ਸਾਡਾ ਕਲਿਆਣ ਹੋਣਾ। ਪੰਜਵੇਂ ਪਾਤਸ਼ਾਹ ਇਉਂ ਫਰਮਾਉਂਦੇ ਹਨ। ਗ੍ਰੰਥ ਜਹਾਜ ਸਭੋਜਲ ਕੋ। ਮਹਾਰਾਜ ਕਹਿੰਦੇ, ਸਾਧ ਸੰਗਤ ਜੀ, ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ ਜਿਹਦੇ 'ਚ ਸਾਰੀ ਦੁਨੀਆ ਗੋਤੇ ਖਾ ਰਹੀ ਹੈ। ਇਹ ਜਿਹੜਾ ਗ੍ਰੰਥ ਅਸੀਂ ਲਿਖਿਆ ਹੈ, ਇਹ ਗ੍ਰੰਥ ਜਹਾਜ਼ ਹੈ। ਭਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਹਾਜ਼ ਹਨ। ਹਾਂਜੀ। ਤਰ ਜਾਤ ਸੁਖੇਨ ਜਿਨੀ ਚਿਤ ਲਾਇਓ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਚਿੱਤ ਲਾ ਲਏਗਾ, ਉਹ ਇਸ ਭਵ ਸਾਗਰ ਤੋਂ ਸੌਖਿਆਂ ਹੀ ਤਰ ਜਾਏਗਾ। ਸ੍ਰੀ ਗੁਰ ਕੇਰ ਸਰੀਰ ਜੂ। ਮਹਾਰਾਜ ਕਹਿੰਦੇ, ਸਿੱਖੋ, ਜਿਹੜਾ ਸਾਡਾ ਸਰੀਰ ਹੈ, ਗੁਰੂ ਸਾਹਿਬਾਂ ਦੀ ਦੇਹੀ ਹੈ, ਜਿਹੜੀ ਭਾਵੇਂ ਪਹਿਲੇ ਪਾਤਸ਼ਾਹ ਹੋਣ, ਭਾਵੇਂ ਦੂਸਰੇ ਸਤਿਗੁਰੂ ਹੋਣ, ਭਾਵੇਂ 10 ਪਾਤਸ਼ਾਹੀਆਂ ਚੋਂ 10 ਪਾਤਸ਼ਾਹੀਆਂ ਦੇ 10 ਜਾਮੇ ਹਨ। ਜਿਹੜਾ ਸਤਿਗੁਰਾਂ ਦਾ ਸਰੀਰ ਹੈ ਭਾਈ,
ਸਭ ਥਾਨ ਸਮੈ ਸਭ ਨਾ ਦਰਸੈ ਹੈ। ਉਹਦਾ ਸਾਰਿਆਂ ਥਾਵਾਂ ਤੇ ਸਾਰਿਆਂ ਸਮਿਆਂ 'ਚ ਦਰਸ਼ਨ ਨਹੀਂ ਹੋ ਸਕਦਾ। ਮਾਨੋ ਗੁਰੂ ਜੀ ਪੰਜਾਬ 'ਚ ਬੈਠੇ, ਸਿੱਖ ਅਮਰੀਕਾ 'ਚ ਬੈਠਾ, ਜਾਂ ਤਾਂ ਗੁਰੂ ਨੂੰ ਅਮਰੀਕਾ ਆਉਣਾ ਪਏਗਾ ਜਾਂ ਸਿੱਖ ਨੂੰ ਪੰਜਾਬ ਜਾਣਾ ਪਏਗਾ। ਇੱਕ ਜਗ੍ਹਾ ਤੇ ਬੈਠਾ ਗੁਰੂ, ਦੂਜੀ ਜਗ੍ਹਾ ਤੇ ਸਿੱਖ। ਇੱਕ ਸਿੱਖ ਅਮਰੀਕਾ, ਇੱਕ ਕੈਨੇਡਾ, ਇੱਕ ਜਾਪਾਨ ਹੈ, ਇੱਕ ਕਿਤੇ ਹੈ। ਉਹ ਹੁਣ ਗੁਰੂ ਕਿੱਥੇ ਕਿੱਥੇ ਸਰੀਰ ਲੈ ਕੇ ਜਾਵੇ। ਫਿਰ ਸਿੱਖ ਗੁਰੂ 16ਵੀਂ ਸਦੀ ਵਿੱਚ, ਸਿੱਖ 21ਵੀਂ ਸਦੀ ਵਿੱਚ 500 ਸਾਲ ਦਾ ਫਰਕ ਪੈ ਜਾਵੇ। ਹੁਣ ਉਹ ਕਿਵੇਂ ਮਿਲਣ ਆਪਸ ਵਿੱਚ? ਗੁਰੂ ਦਾ ਸਰੀਰ ਸਾਰਿਆਂ ਸਮਿਆਂ ਵਿੱਚ ਔਰ ਸਾਰਿਆਂ ਇਲਾਕਿਆਂ ਵਿੱਚ। ਇਹ ਗੱਲ ਬੜੀ ਕਮਾਲ ਦੀ, ਇੱਕੋ ਪੰਕਤੀ 'ਚ ਗੱਲ ਕਹਿ ਦੀ, ਸਾਰਿਆਂ ਸਮਿਆਂ ਵਿੱਚ ਤੇ ਸਾਰਿਆਂ ਦੇਸ਼ਾਂ 'ਚ ਦਰਸ਼ਨ ਨਹੀਂ ਦੇ ਸਕਦਾ। ਹਾਂਜੀ, ਗ੍ਰੰਥ ਰਿਦਾ ਗੁਰ ਕੋ ਇਹ ਜਾਣੋ। ਗੁਰੂ ਗ੍ਰੰਥ ਸਾਹਿਬ ਸਾਡੀ ਆਤਮਾ ਹੈ। ਆਤਮਾ ਨਹੀਂ ਮਰਦੀ, ਆਤਮਾ ਤਾਂ ਕਿਸੇ ਦੀ ਵੀ ਨਹੀਂ ਮਰਦੀ। ਗੁਰੂ ਦੀ ਆਤਮਾ ਗੁਰੂ ਗ੍ਰੰਥ ਸਾਹਿਬ, ਇਹ ਸਦਾ ਹੀ ਰਹੇਗਾ। ਹਾਂਜੀ, ਉਤਮ ਹੈ ਸਭ ਕਾਲ ਰਹਿ ਹੈ। ਗੁਰੂ ਦਾ ਸਰੀਰ ਨਹੀਂ ਰਹੇਗਾ, ਪਰ ਗੁਰੂ ਦੀ ਆਤਮਾ ਰਹੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹਰ ਮੁਲਕ ਵਿੱਚ, ਹਰ ਦੇਸ਼ ਵਿੱਚ, ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ, ਹਰ ਸਮੇਂ ਵਿੱਚ ਦਰਸ਼ਨ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਹਰ ਮੁਲਕ ਵਿੱਚ, ਹਰ ਸਮੇਂ ਵਿੱਚ, ਹਰ ਸਿੱਖ ਨੂੰ ਦਰਸ਼ਨ ਹੋਣਗੇ। ਇਹ ਸਾਡੀ ਆਤਮਾ ਹੈ। ਹਾਂਜੀ, ਮੇਰੇ ਸਰੂਪ ਤੇ ਆਤੇ ਹੈ ਦੀਰਘ। ਭਾਈ ਸਿੱਖੋ, ਮੇਰੇ ਸਰੀਰ ਨਾਲੋਂ ਇਹ ਵੱਡਾ। ਮੇਰੇ ਸਰੀਰ ਦੀ ਪੂਜਾ ਨਾ ਕਰੋ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੋ। ਮੇਰੇ ਸਰੂਪ ਤੇ, ਮੇਰੇ ਸਰੀਰ ਤੇ ਇਹ ਵੱਡਾ ਹੈ, ਦੀਰਘ ਹੈ, ਸ਼੍ਰੋਮਣੀ ਹੈ ਗੁਰੂ ਗ੍ਰੰਥ ਸਾਹਿਬ। ਹਾਂਜੀ, ਸਾਹਿਬ ਜਾਨ ਅਦਾਇਕ ਕਹੈ। ਇਹਦਾ ਮਾਲਕ ਪਰਮੇਸ਼ਰ ਦਾ ਰੂਪ ਸਮਝ ਕੇ ਇਹਦਾ ਅਦਬ ਕਰਨਾ, ਇਹਨੂੰ ਗੁਰੂ ਜਾਣਨਾ। ਇਹ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਹਿਬ ਜਾਣ ਕੇ ਅਦਬ ਕਰੇਗਾ, ਭਾਵਨਾ ਰੱਖੇਗਾ, ਸ਼ਰਧਾ ਰੱਖੇਗਾ, ਉਹਦਾ ਬੇੜਾ ਪਾਰ ਹੋਵੇਗਾ। ਹਾਂਜੀ, ਪੂਜੋ ਹੋ ਚੰਦਨ ਕੇਸਰ ਕੋ ਘਸ। ਮਹਾਰਾਜ ਕਹਿੰਦੇ ਇਹਦੀ ਪੂਜਾ ਕਰਨੀ ਹੈ। ਪੁਰਾਣੇ ਜ਼ਮਾਨੇ 'ਚ ਸੁਗੰਧੀ ਦੇ ਸਭ ਤੋਂ ਵਧੀਆ ਸਾਧਨ ਚੰਦਨ ਤੇ ਕੇਸਰ ਹੁੰਦੇ। ਅੱਜ ਕੱਲ੍ਹ ਮਹਿੰਗੇ ਨੇ, ਸਾਡੇ ਕੋਲੋਂ ਨਹੀਂ ਖਰੀਦੇ ਜਾਂਦੇ, ਪਰ ਚੰਦਨ ਕੇਸਰ ਦੇ ਨਾਲ ਸਿੱਖ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਿਆ ਕਰਦੇ ਸੀ। ਪੁਰਾਣੇ ਸਰੂਪਾਂ ਦੇ ਵਿੱਚ ਚੰਦਨ ਕੇਸਰ ਦੇ ਨਾਲ ਤਿਲਕ ਲੱਗੇ ਅਸੀਂ ਵੇਖੇ। ਅਜੇ ਤਾਈਂ 200-200 ਸਾਲ ਪੁਰਾਣੇ ਲੱਗੇ, ਖੁਸ਼ਬੂ ਅਜੇ ਵੀ ਹੁੰਦੀ ਹੈ। ਉਹ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਪੁਰਾਣੇ ਸਰੂਪ ਦਾ ਪ੍ਰਕਾਸ਼ ਕਰੋ, ਚੰਦਨ ਦੀ ਅਜੇ ਤੱਕ ਖੁਸ਼ਬੂ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਚੰਦਨ ਕੇਸਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਿਆ ਜੇ। ਇਹਨੂੰ ਏਦਾਂ ਸਮਝਿਆ ਜੇ ਵੀ ਇਹ ਗੁਰੂ ਨਾਨਕ ਦਾ ਹੀ ਰੂਪ ਹੈ, ਇਹ ਗੁਰੂ ਅਰਜਨ ਦੇਵ ਦਾ ਆਤਮਾ ਉਹਨਾਂ ਦੀ। ਹਾਂਜੀ, ਧੂਪ ਤੁਖਾਏ ਕੈ ਫੂਲ ਝੜੈ ਹੈ। ਧੂਪ ਤੁਖਾਣੀ ਹੈ ਜਿਹੜੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਤੇ ਫੁੱਲ ਚੜਾਣੇ ਨੇ ਸੁਗੰਧੀ ਵਾਲੇ, ਲਿਆ ਕੇ ਚਰਨਾਂ 'ਚ ਗੁਲਦਸਤੇ ਭੇਟਾ ਕਰਨੇ ਨੇ, ਫੁੱਲਾਂ ਦੇ ਹਾਰ ਭੇਟਾ ਕਰਨੇ ਨੇ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ ਹੈ। ਹਾਂਜੀ, ਜੋ ਲਿਖ ਲੇਹ ਤਲੇ ਤਬ ਸੁਧ ਹੈ। ਹਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਲਿਖੇਗਾ, ਉਤਾਰਾ ਕਰੇਗਾ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਨਕਲ ਕਰੇਗਾ, ਲਿਖੇਗਾ, ਉਹ ਐਵੇਂ ਨਾ ਲਿਖੀ ਜਾਵੇ, ਉਹ ਅੱਖਰ ਅੱਖਰ ਸੋਧ ਕੇ ਲਿਖੇ, ਕੋਈ ਅੱਖਰ ਵੱਧ ਘੱਟ ਨਾ ਕਰੇ, ਸਿਹਾਰੀ ਬਿਹਾਰੀ ਵੀ ਦੇਖ ਕੇ ਲਿਖੇ, ਵੀ ਐਵੇਂ ਆਵਾਜ਼ਾਤ ਫਟਾਫਟ ਜਿਵੇਂ ਅਸੀਂ ਲਿਖ ਦਿੰਦੇ ਹਾਂ ਤੇ ਉਹ ਗਲਤੀਆਂ ਹੁੰਦੀਆਂ। ਬਾਣੀ ਗਲਤ ਨਹੀਂ ਲਿਖਣੀ ਚਾਹੀਦੀ, ਐਨ ਅੱਖਰ ਅੱਖਰ ਸਿਹਾਰੀ ਬਿਹਾਰੀ ਵੇਖ ਕੇ ਸੋਧ ਕੇ ਲਿਖੇ। ਹਾਂਜੀ, ਅੱਖਰ ਸੋ ਲਗ ਕੀ ਚੁਕਸਾਈ। ਅੱਖਰ ਤੇ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਦੀ ਚੌਕਸੀ ਰੱਖਣੀ, ਫੁਰਤੀ, ਬੜੇ ਧਿਆਨ ਨਾਲ ਕੰਮ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਲਿਖਣਾ ਕੋਈ ਸੌਖਾ ਜਿਹਾ ਕੰਮ ਨਹੀਂ। ਸਾਡੇ ਕੋਲ ਪੜ੍ਹਿਆ ਵੀ ਨਹੀਂ ਜਾਂਦਾ ਸੁਧ। ਅਸੀਂ ਕਈ ਵਾਰੀ ਪੜ੍ਹਦੇ ਹਾਂ ਵੀ ਸਿਹਾਰੀਆਂ ਬਿਹਾਰੀਆਂ ਵਧਾ ਘਟਾ ਜਾਂਦੇ ਹਾਂ। ਧੰਨ ਸੀ ਉਹ ਲਿਖਾਰੀ ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਜਿਹੜੇ ਗੁਰੂ ਗ੍ਰੰਥ ਸਾਹਿਬ ਸੋਧ ਕੇ ਲਿਖਦੇ ਸੀ। ਹਾਂਜੀ, ਪਾਠ ਸਮਸਤ ਕਰੈ ਬੁੱਧ ਸੋ। ਔਰ ਪਾਠ ਵੀ ਗੁਰੂ ਗ੍ਰੰਥ ਸਾਹਿਬ ਦਾ
ਸੰਥਿਆ ਲੈ ਕੇ ਬੁੱਧੀ ਨਾਲ, ਸਿਆਣਪ ਨਾਲ, ਭਾਵ ਬਹੁਤ ਸ਼ਰਧਾ ਨਾਲ ਕਰੇ। ਹਾਂਜੀ, ਬਿਖ ਪੂਰਬ ਕੇ ਸਮ ਲੇਹ ਬਨਾਈ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਅੱਖਰ ਮਾਤਰ ਸੋਧ ਕੇ ਲਿਖਿਆ, ਇਦਾਂ ਹੀ ਲਿਖੇ, ਹੋਰ ਨਾ ਵਧਾ ਦੇਵੇ ਨਾ ਘਟਾ ਦੇਵੇ। ਹਾਂਜੀ, ਆਪ ਤੇ ਕਾਟ ਨ ਬਾਦ ਕਰੈ। ਆਪਣੀ ਮਰਜ਼ੀ ਨਾਲ ਅੱਜ ਤੋਂ ਬਾਅਦ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ 'ਚ ਵੱਧ ਘਟ ਨਹੀਂ ਕਰੇਗਾ। ਇਹ ਜੋ ਅਸੀਂ ਕਰ ਦਿੱਤਾ ਇਦਾਂ ਹੀ ਲਿਖਣਾ, ਇਦਾਂ ਹੀ ਰੱਖਣਾ। ਹਾਂਜੀ, ਓਏ ਮੂਰਖ ਸੋ ਪਛਤਾਈ। ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਵੱਧ ਘਟ ਕਰੇਗਾ, ਕੋਈ ਸ਼ਬਦ, ਕੋਈ ਪੰਕਤੀ, ਕੋਈ ਅੱਖਰ ਵਧਾਏਗਾ ਜਾਂ ਘਟਾਏਗਾ, ਉਹ ਮੂਰਖ ਹੋਏ, ਮੂਰਖ, ਉਹ ਮੂਰਖ ਹੋਏਗਾ ਤੇ ਉਹ ਪਛਤਾਏਗਾ ਵੀ। ਸਾਧ ਸੰਗਤ ਜੀ, ਤੇਜਾ ਸਿੰਘ ਪਸੌੜੀਏ ਨੇ ਤੇ ਉਸ ਤੋਂ ਪਹਿਲਾਂ ਇੱਕ ਸੋਭਾ ਸਿੰਘ ਹੋਇਆ। ਸੋਭਾ ਸਿੰਘ ਨੇ ਮਹਾਰਾਜ ਦੇ ਵਿੱਚੋਂ ਰਾਗਮਾਲਾ ਕੱਢਤੀ ਸੀ। ਰਾਗਮਾਲਾ ਕੱਢ ਕੇ ਤੇ ਸਰੂਪ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਰਤਾ। ਇਹ 1858 ਦੀ ਗੱਲ ਹੈ। ਅੰਗਰੇਜ਼ ਆਏ ਸੀ ਨਵੇਂ ਨਵੇਂ, ਉੱਥੇ ਸੰਗਤ 'ਚ ਦੁਬਿਧਾ ਪੈ ਗਈ। ਸੋਭਾ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ। ਉਹ ਹਟ ਗਿਆ, ਕਹਿੰਦਾ ਮੈਂ ਗ੍ਰੰਥ ਸਾਹਿਬ ਇੱਥੇ ਭੇਟਾ ਕੀਤਾ ਤੇ ਮੇਰਾ ਸਰੂਪ ਮੰਨੋ, ਰਾਗਮਾਲਾ ਬਾਣੀ ਨਹੀਂ। ਸੰਗਤ ਨੇ ਆਖਿਆ ਤੇਰੀ ਗੱਲ ਮੰਨ ਲੈਂਦੇ ਆ, ਅਰਦਾਸ ਹੋਏਗੀ ਮਹਾਰਾਜ ਦੇ ਚਰਨਾਂ 'ਚ। ਜੇ ਮਹੀਨੇ ਸਵਾ ਮਹੀਨੇ ਦਾ ਟਾਈਮ ਹੈ, ਜੇ ਤੂੰ, ਤੇਰਾ ਸਰੀਰ ਰਾਜੀ ਰਿਹਾ, ਤੂੰ ਠੀਕ ਰਿਹਾ, ਅਸੀਂ ਮੰਨ ਲਾਂਗੇ ਬਈ ਸੋਭਾ ਸਿੰਘ ਦੀ ਗੱਲ ਠੀਕ ਹੈ। ਤੇ ਜੇ ਗੁਰੂ 'ਚ ਕੋਈ ਸ਼ਕਤੀ ਹੋਈ ਆਪੇ ਵਰਤਾਏਗਾ। ਸਾਧ ਸੰਗਤ ਜੀ, ਸਵਾ ਮਹੀਨੇ ਤੋਂ ਪਹਿਲਾਂ ਜ਼ਬਾਨ ਬੰਦ ਹੋ ਗਈ, ਮੰਜੇ ਤੇ ਪੈ ਗਿਆ। ਤੇ ਫਿਰ ਉਹਨੇ ਮਾਫੀਨਾਮਾ ਸ੍ਰੀ ਅਕਾਲ ਤਖਤ ਜਿਹੜਾ ਲਿਖਿਆ ਸੀ, ਉਹ ਬੜਾ ਚਿਰ ਉੱਥੇ ਰਿਕਾਰਡ 'ਚ ਪਿਆ ਰਿਹਾ। ਹੁਣ ਪਤਾ ਨਹੀਂ ਕਿਹੋ ਜਿਹੇ ਸਮੇਂ ਆ ਗਏ, ਕਈ ਚੀਜ਼ਾਂ ਅਸੀਂ ਸਾਂਭੀਆਂ ਨਹੀਂ। ਉਹਦਾ ਮਾਫੀਨਾਮਾ ਪੁਰਾਣੇ ਸਿੰਘ ਦੱਸਦੇ, ਅਸੀਂ ਆਪ ਦੇਖਿਆ, ਕਹਿੰਦੇ ਉਹਨੇ ਲਿਖਿਆ ਸੀ ਵੀ ਮੈਨੂੰ ਮਾਫ ਕੀਤਾ ਜਾਵੇ। ਇਸੇ ਤਰ੍ਹਾਂ ਤੇਜਾ ਸਿੰਘ ਪਸੌੜੀਏ ਨੇ ਮਹਾਰਾਜ ਦੀ ਬਾਣੀ ਬਦਲਣ ਦੀ ਕੋਸ਼ਿਸ਼ ਕੀਤੀ ਸੀ, ਵਿੱਚੋਂ ਭੱਟਾਂ ਦੇ ਸਵਈਏ ਕੱਢਤੇ, ਭਗਤ ਬਾਣੀ, ਰਾਗਮਾਲਾ, ਬੜਾ ਕੁਝ ਉਹਨੇ ਆਪਣੀ ਮਰਜ਼ੀ ਨਾਲ ਕੀਤਾ, ਪਰ ਸ੍ਰੀ ਅਕਾਲ ਤਖਤ ਤੋਂ ਛੇਕਿਆ ਗਿਆ। ਇੱਕ ਅੱਖਰ ਵੀ, ਇੱਕ ਸਿਹਾਰੀ ਵੀ ਨਹੀਂ ਅਗਾਂਹ ਪਿਛਾਂ ਹੋ ਸਕਦੀ। ਕੋਈ ਬਾਣੀ ਨਹੀਂ ਵਧਾ ਸਕਦਾ, ਕੋਈ ਘਟਾ ਨਹੀਂ ਸਕਦਾ। ਇਹ ਮਹਾਰਾਜ ਕਹਿੰਦੇ, ਭਾਈ ਸਿੱਖੋ, ਗੁਰੂ ਗ੍ਰੰਥ ਸਾਹਿਬ ਦੀ ਦਿਖਾਈ ਇਦਾਂ ਕਰਨੀ ਹੈ, ਕੋਈ ਮਰਜ਼ੀ ਨਹੀਂ ਕਰਨੀ ਆਪਣੀ। ਹਾਂਜੀ, ਔਰ ਬਨਾਇ ਨ ਉਹ ਨ ਲਿਖੈ ਵਿੱਚ। ਕੋਈ ਆਪਣੇ ਕੋਲੋਂ ਸ਼ਬਦ ਬਣਾ ਕੇ ਵਿੱਚ ਨਹੀਂ ਲਿਖਣਾ। ਕੋਈ ਆਪਣੀ ਮਰਜ਼ੀ ਨਾਲ ਆਪਣੀ ਕਵਿਤਾ, ਮੇਰਾ ਦਿਲ ਕੀਤਾ ਕੋਈ ਕਵਿਤਾ ਬਣਾ ਲਵਾਂ ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖ ਦਿਆਂ, ਇਦਾਂ ਨਹੀਂ ਹੋ ਸਕਦਾ, ਕੋਈ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਸਾਡੇ ਤੋਂ ਬਾਅਦ ਇਦਾਂ ਕਿਸੇ ਨੇ ਭੁੱਲ ਨਹੀਂ ਕਰਨੀ ਭਾਈ। ਹਾਂਜੀ, ਕਾਬਿ ਰਚੈ ਸੋ ਰਚੋ ਪ੍ਰਤ ਖਾਈ। ਜੇ ਕੋਈ ਸਿੱਖ ਕਵੀ ਹੋਵੇ, ਕੋਈ ਕਵੀ ਹੋਵੇ ਸਿੱਖ, ਕੋਈ ਛੰਦਾਬੰਦੀ ਰਚਦਾ ਹੋਵੇ, ਉਹ ਆਪਣਾ ਵੱਖਰਾ ਗ੍ਰੰਥ ਲਿਖ ਲੈ, ਪੋਥੀ ਵੱਖਰੀ ਲਿਖ ਲਵੇ। ਬੜੀਆਂ ਪੋਥੀਆਂ ਉਹ ਵੱਖਰੀਆਂ ਰੱਖੀਆਂ ਗਈਆਂ, ਜਿਵੇਂ ਭਾਈ ਸੰਤੋਖ ਸਿੰਘ ਦਾ ਹੀ ਸਾਡੇ ਸਾਹਮਣੇ ਗ੍ਰੰਥ ਹੈ, 14 ਜਿਲਦਾਂ 'ਚ। ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਹੈ, ਜਨਮ ਸਾਖੀ ਭਾਈ ਬਾਲੇ ਵਾਲੀ ਹੈ, ਹੋਰ ਬੜੇ ਗ੍ਰੰਥ ਨੇ ਵੱਖਰੇ। ਗੁਰੂ ਗ੍ਰੰਥ ਸਾਹਿਬ 'ਚ ਨਹੀਂ ਪਾਏ ਜਾ ਸਕਦੇ। ਗੁਰੂ ਗ੍ਰੰਥ ਸਾਹਿਬ 'ਚੋਂ ਕੋਈ ਸ਼ਬਦ ਕੱਢਿਆ ਵੀ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਹਿਦਾਇਤ ਬੜੀ ਤਗੜੀ ਕਰ ਰਹੇ ਨੇ। ਹਾਂਜੀ, 14 ਹੈ ਲੋਕ ਤੇ ਹੋਏ ਬਲੀ। ਆਖੋ ਸਤਿਨਾਮ ਸ੍ਰੀ। ਫਿਰ ਕਹਿੰਦੇ ਇੱਕ ਹੋਵੇਗਾ, ਹੋਵੇਗਾ ਇੱਕ 14 ਲੋਕਾਂ ਵਿੱਚੋਂ ਸਭ ਤੋਂ ਬਲੀ ਹੋਵੇਗਾ, ਬੜਾ ਬਲੀ ਹੋਵੇਗਾ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰ ਨੌ ਨਿਧ ਆਵੈ ਧਾਏ, ਕਰ ਨੌ ਨਿਧ ਆਵੈ ਧਾਏ। ਹੋਰ ਕੋਈ ਨਹੀਂ ਆਪਣੀ ਮਿਲਾਵਟ ਕਰ ਸਕਦਾ। ਇੱਕ ਹੋਵੇਗਾ ਸਾਡੇ ਤੋਂ ਬਾਅਦ, ਉਹ 14 ਲੋਕਾਂ ਵਿੱਚ ਉਹਦੇ ਵਰਗਾ ਕੋਈ ਹੋਵੇਗਾ ਨਹੀਂ। ਔਲੀਆ, ਅਵਤਾਰ, ਪੀਰ, ਪੈਗੰਬਰ, ਕੋਈ ਉਹਦੀ ਬਰਾਬਰੀ ਨਹੀਂ ਕਰ ਸਕੇਗਾ। ਹਾਂਜੀ,
ਬਲ ਕੋ ਦਰ ਜਾਇ ਰਿਦੇ ਮਹਿ ਜੋਈ। ਐਸਾ ਉਹ ਬਲੀ ਪੁਰਸ਼ ਹੋਵੇਗਾ, ਆਪਣੇ ਬਲ ਨੂੰ ਆਪਣੀ ਸ਼ਕਤੀ ਨੂੰ ਜਰ ਲੇਗਾ। ਉਹਦੇ ਸਿੱਖਾਂ 'ਚ ਇੰਨੀ ਤਾਕਤ ਹੋਈ, ਭਾਈ ਮਤੀ ਦਾਸ ਕਹਿੰਦਾ ਦਿੱਲੀ ਲਾਹੌਰ ਦੀ ਇੰਟਰਨੈਟ ਖੜਕਾ ਦਈਏ। ਮਹਾਰਾਜ ਕਹਿੰਦੇ ਜਰ ਲੈ। ਗੁਰੂ ਤੇਗ ਬਹਾਦਰ ਸਾਹਿਬ ਦਾ ਇਸ਼ਾਰਾ ਹੋ ਰਿਹਾ, ਗੁਰੂ ਅਰਜਨ ਸਾਹਿਬ ਨਾਂ ਨਹੀਂ ਲਿਆ, ਉਹਨਾਂ ਨੇ ਇਸ਼ਾਰਾ ਕਰਤਾ। ਕਹਿੰਦੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਸਾਰੇ ਤੁਸੀਂ ਜ਼ਿੰਮੇਵਾਰ ਸਿੱਖ ਹੋ, ਸੁਣ ਲਓ। ਸਾਡੇ ਤੋਂ ਬਾਅਦ ਇੱਕ ਮਹਾਂਪੁਰਸ਼ ਆਉਣਾ ਜਿਹੜਾ ਸਾਡੇ ਵਰਗਾ ਹੀ ਹੋਵੇਗਾ, ਸਾਡਾ ਹੀ ਰੂਪ ਹੋਵੇਗਾ, ਸਾਡੀ ਗੱਦੀ ਤੇ ਹੋਵੇਗਾ, ਔਰ 14 ਲੋਕਾਂ 'ਚ ਬੜਾ ਬਲੀ ਹੋਵੇਗਾ। ਉਹਦੇ ਵਰਗਾ ਕੋਈ ਮਹਾਂਪੁਰਸ਼ ਨਹੀਂ ਹੋਵੇਗਾ। ਉਹਦੀ ਬਾਣੀ ਇਹਦੀ ਦਰਜ ਹੋਣੀ ਹੈ। ਹਾਂਜੀ, ਸੋ ਉਪਕਾਰ ਕੇ ਕਾਰਨ ਕੋ। ਉਹ ਮਹਾਂਪੁਰਸ਼ ਦੂਜਿਆਂ ਦਾ ਭਲਾ ਕਰਨ ਲਈ, ਉਹ ਹਿੰਦੂ ਧਰਮ ਦੀ ਰਾਖੀ ਵਾਸਤੇ, ਹਾਂਜੀ, ਸਿਰ ਦੇ ਹੋਏ ਸਮੁਖ ਧੀਰ ਧਰੋਈ। ਆਪਣਾ ਸੀਸ ਦੇਵੇਗਾ, ਬਲੀਦਾਨ ਦੇਵੇਗਾ, ਸ਼ਹੀਦੀ ਪਾਵੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਚੜੀ। ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਗੁਰੂ ਨਾਨਕ ਦੀ ਜੋਤ ਵਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਸ਼ਹੀਦੀ ਪਾਈ। ਦਿੱਲੀ ਚਾਂਦਨੀ ਚੌਂਕ ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਉਹ ਮਹਾਂਪੁਰਸ਼ ਹੋਵੇਗਾ। ਉਹਦੀ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾਂਗੇ। ਹਾਂਜੀ, ਆਪਣੀ ਬਾਣੀ ਚੜਾਵਹਿ ਸੋ ਇੱਕ। ਉਹ ਇੱਕੋ ਹੀ ਮਹਾਂਪੁਰਸ਼ ਹੋਵੇਗਾ। ਇੱਕ ਉਹਦੀ ਬਾਣੀ ਸਾਡੇ ਤੋਂ ਬਾਅਦ ਇਸ ਗ੍ਰੰਥ ਵਿੱਚ ਚੜੇਗੀ। ਹਾਂਜੀ, ਹੋਏ ਇਸੋ ਨਹਿ ਦੂਸਰ ਕੋਈ। ਹੋਰ ਐਸਾ ਕੋਈ ਨਹੀਂ ਹੋਵੇਗਾ ਜਿਹਦੀ ਬਾਣੀ ਇਸ ਗ੍ਰੰਥ ਵਿੱਚ ਸ਼ਾਮਲ ਕਰਾਂਗੇ। ਹਾਂਜੀ, ਪੂਜਾ ਹੈ ਜੋ ਇਛ ਧਾਰ ਸੋ ਪੂਜਾ ਹੈ। ਜਿਹੜਾ ਇੱਛਾ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੇਗਾ, ਉਹਦੀ ਇੱਛਾ ਪੂਰੀ ਹੋਵੇਗੀ। ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਗੁਰੂ ਗ੍ਰੰਥ ਸਾਹਿਬ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰੇਗਾ। ਜਿਹੜੀ ਕੋਈ ਅਰਦਾਸ ਕਰੇਗਾ ਗੁਰੂ ਗ੍ਰੰਥ ਸਾਹਿਬ ਅੱਗੇ, ਅਰਦਾਸ ਪੂਰੀ ਹੋਵੇਗੀ। ਹਾਂਜੀ, ਸ਼੍ਰੇ ਲਹਿ ਜਮ ਪੀਰ ਨ ਹੋਈ। ਉਹਦੀ ਮੁਕਤੀ ਕਲਿਆਣ ਹੋ ਜਾਏਗਾ। ਉਹ ਜਮਾਂ ਦੇ ਵਸ ਨਹੀਂ ਪਏਗਾ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ, ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਣ ਵਾਲਾ ਜਮਾਂ ਦੇ ਡੰਡੇ ਨਹੀਂ ਖਾਏਗਾ। ਹਾਂਜੀ, ਵੇਦ ਪੁਰਾਨ ਮਹਾਨ ਮਹਾਤਮ। ਜਿਸ ਅਕਾਲ ਪੁਰਖ ਦੀ ਮਹਿਮਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਸਾਰੇ ਧਰਮ ਗ੍ਰੰਥ ਕਹਿੰਦੇ ਹਨ। ਹਾਂਜੀ, ਜਾਹੇ ਬਖਾਨ ਕਰੈ ਸਮੁਦਾਏ। ਜਿਸ ਨੂੰ ਸਾਰੇ ਧਰਮ ਗ੍ਰੰਥ ਤੇ ਸਾਰੇ ਮਹਾਂਪੁਰਸ਼ ਵੇਦ ਤੇ ਸਾਰੇ ਸ਼ਾਸਤਰ ਬੇਅੰਤ 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 ਕਹਿੰਦੇ ਹਨ। ਹਾਂਜੀ, ਅੰਤ ਨ ਪਾਵਤ ਸ਼ੇਸ਼ ਨ ਸ਼ਾਰਦ। ਜਿਸ ਦਾ ਅੰਤ ਸ਼ੇਸ਼ ਨਾਗ ਵੀ ਨਹੀਂ ਪਾ ਸਕਦਾ, ਜਿਸ ਅਕਾਲ ਪੁਰਖ ਦਾ ਅੰਤ ਸ਼ਾਰਦਾ ਵਿਦਿਆ ਦੀ ਦੇਵੀ ਵੀ ਨਹੀਂ ਪਾ ਸਕਦੀ। ਹਾਂਜੀ, ਨੇਤ ਹੀ ਨੇਤ ਅਸ਼ੇਸ਼ ਬਤਾਏ। ਸਾਰੇ ਕਹਿੰਦੇ ਨੇ ਨੇਤ ਨੇਤ ਬਨ ਤਿਰਣ ਕਹਿਤ। ਜਿਹੜਾ ਅਕਾਲ ਪੁਰਖ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਲੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਯਾਨੀ ਉਹ ਪ੍ਰਮਾਤਮਾ, ਉਹ ਪਰਮੇਸ਼ਰ ਜਿਸ ਨੂੰ ਸਾਰੇ ਹੀ ਕਹਿੰਦੇ ਵੀ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ। ਉਸ ਬੇਅੰਤ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੇਤ ਨੇਤ ਬਨ ਤ੍ਰਿਣ ਕਹਿਤ, ਜਿਹਨੂੰ ਸਾਰੇ ਨੇਤ ਨੇਤ ਕਹਿੰਦੇ। ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਹਾਂਜੀ, ਜੋ ਸਰਬੋਤਮ ਜੋ ਸਰਬ ਆਸ਼ਰਿਆ। ਜੋ ਸਾਰਿਆਂ ਤੋਂ ਵੱਡਾ ਹੈ ਤੇ ਸਾਰਿਆਂ ਦਾ ਆਸਰਾ। ਜਿੰਨੀ ਦੁਨੀਆ ਉਹ ਜੀ ਰਹੀ ਉਹਦੇ ਆਸਰੇ ਤੇ ਜੀ ਰਹੀ ਹੈ। ਸਾਰਿਆਂ ਦੇ ਪ੍ਰਾਣਾਂ ਦਾ ਆਸਰਾ ਹੈ ਉਹ ਅਕਾਲ ਪੁਰਖ ਵਾਹਿਗੁਰੂ। ਹਾਂਜੀ, ਤਾਹੀ ਕੇ ਨਾਮ ਇਸੀ ਮਹਿ ਗਾਏ। ਉਸ ਅਕਾਲ ਪੁਰਖ ਦੇ ਬੇਅੰਤ ਨਾਮਾਂ ਦੀ ਕਥਾ ਗੁਰੂ ਗ੍ਰੰਥ ਸਾਹਿਬ ਚ ਗਾਈ ਗਈ ਹੈ, ਉਹਦਾ ਜਸ ਗਾਇਆ ਗਿਆ। ਤੇਰੇ ਬੇਅੰਤ 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 ਗੁਣਾਂ ਨੂੰ ਗੁਰਬਾਣੀ ਗਾਉਂਦੀ ਹੈ। ਹਾਂਜੀ, ਨਾਮ ਸੋ ਨਾਮੀ ਕੋ ਭੇਦ ਨਹੀਂ। ਮਹਾਰਾਜ ਕਹਿੰਦੇ ਨਾਮ ਦਾ ਤੇ ਨਾਮੀ ਦਾ ਭੇਦ ਨਹੀਂ ਹੁੰਦਾ। ਨਾਮੀ ਤੇ ਨਾਮ ਇਕੱਠੇ ਹੀ ਹੁੰਦੇ ਆ ਸਾਧ ਸੰਗਤ ਜੀ। ਹਾਂਜੀ, ਇਹ ਮੂਰਤ ਸ੍ਰੀ ਕਰਤਾਰ ਸੁਹਾਏ। ਇਹ ਕਰਤਾਰ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ। ਇਹਦੇ ਵਿੱਚ ਇਹ ਕਰਤਾਰ ਪੁਰਖ ਦਾ ਸਰੂਪ ਹੈ। ਕਰਤੇ ਪੁਰਖ ਦੀ ਬਾਣੀ ਕਰਤੇ ਪੁਰਖ ਦਾ ਹੀ ਰੂਪ ਹੈ। ਵਾਹਿਗੁਰੂ ਵਾਹ ਵਾਹ ਬਾਣੀ ਨਿਰੰਕਾਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹ ਵਾਹ ਬਾਣੀ ਨਿਰੰਕਾਰ ਹੈ।
ਤਿਸ ਜੇ ਵਡਾਵਰ ਨਾ ਕੋਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਦਾ ਰੂਪ ਹਨ, ਪਰਮੇਸ਼ਰ ਦਾ ਰੂਪ ਹਨ, ਬਾਣੀ ਰੂਪ ਹਨ। ਹਾਂਜੀ, ਜਿਤਕ ਗ੍ਰੰਥ ਅਦਾਇਬ ਰੱਖ ਹੈ। ਮਹਾਰਾਜ ਕਹਿੰਦੇ ਜਿੰਨਾ ਕੁ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਅਦਬ ਰੱਖਣਗੇ, ਜਿੰਨਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਗੇ, ਤੇਤਕ ਹੀ ਫਲ ਪਾਵਹਿ ਕੋ। ਉਹਨਾਂ ਫਲ ਪਾ ਲੈਣਗੇ। ਜਿੰਨਾ ਗੁੜ ਉਹਨਾਂ ਮਿੱਠਾ, ਸਿਆਣੇ ਦੀ ਕਹਾਵਤ ਹੈ। ਜਿੰਨਾ ਗੁੜ ਪਾਓਗੇ ਉਹਨਾਂ ਮਿੱਠਾ ਲੱਭ ਲਓਗੇ। ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋਗੇ ਓਨਾ ਹੀ ਸੁਖ ਪਾਓਗੇ, ਓਨਾ ਹੀ ਆਨੰਦ ਪਾਓਗੇ। ਹਾਂਜੀ, ਧੂਪ ਤੁਖਾਏ ਘਸਾਏ ਕੈ ਚੰਦਨ। ਧੂਪ ਤੁਖਾ ਕੇ, ਚੰਦਨ ਘਸ ਕੇ, ਕੇਸਕ ਕੋ ਅਰ ਚਾਵਹਿ ਕੋ। ਕੇਸਰ ਆਦਿਕਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਅਰਚਾ ਕਰੋਗੇ। ਭਾਵਨ ਨਿਤਾਰਕ ਚਾਹੇ ਉਹ ਮਾਹਤ। ਭਾਵਨਾ ਦੇ ਨਾਲ, ਸ਼ਰਧਾ ਨਾਲ ਚੌਰ ਕਰੋ, ਚੰਦੋਆ ਲਾਓ, ਸੁੰਦਰ ਰੁਮਾਲੇ ਭੇਟਾ ਕਰੋ। ਅੱਜ ਕੱਲ ਹਰ ਚੀਜ਼ ਤੇ ਕਿੰਤੂ ਪਰੰਤੂ ਚੱਲ ਪਿਆ। ਆ ਨਵੇਂ ਜਿਹੜੇ ਜੰਮੇ ਕਹਿੰਦੇ ਜੀ ਚੌਰ ਕਰਨ ਦੀ ਕੀ ਲੋੜ ਹੈ। ਨਵੇਂ ਜਦੋਂ ਸਾਧ ਸੰਗਤ ਜੀ ਆਏ ਗੁਰਦੁਆਰਿਆਂ ਵਿੱਚ, ਅੰਮ੍ਰਿਤਸਰ ਹਰਿਮੰਦਰ ਸਾਹਿਬ ਚੌਰ ਬੰਦ ਕਰਾਤਾ। ਇਹ ਗੱਲ ਅੱਜ ਤੋਂ 80-90 ਸਾਲ ਪੁਰਾਣੀ ਹੈ। ਚੌਰ ਜਦੋਂ ਮਹਾਰਾਜ ਦਾ ਸਰੂਪ ਜਾਂਦਾ ਨਾ ਅਕਾਲ ਤਖਤ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ, ਤੇ ਸ਼ਾਮ ਨੂੰ ਵਾਪਸ ਅਕਾਲ ਤਖਤ ਨਾਲ ਚੌਰ ਹੁੰਦਾ ਪਾਲਕੀ ਤੇ। ਇਹਨਾਂ ਨੇ ਆਖਿਆ ਨਹੀਂ ਜੀ ਚੌਰ ਬੰਦ ਕਰ ਦਿਓ। ਅੰਗਰੇਜ਼ਾਂ ਦੀ ਪਾਲਿਸੀ ਸੀ, ਚੌਰ ਬੰਦ ਕਰਤਾ। ਸੰਤ ਬਾਬਾ ਅਮੀਰ ਸਿੰਘ ਜੀ ਮਹਾਂਪੁਰ ਸੱਤੋ ਵਾਲੀ ਗਲੀ ਵਾਲੇ ਰੋਇਆ ਕਰਦੇ ਸੀ ਖੜ ਕੇ, ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਕੀ ਹੋ ਰਿਹਾ, ਅਸੀਂ ਕੀ ਸੁਧਾਰ ਕਰ ਬੈਠੇ, ਕਮੇਟੀ ਦੇ ਵਿਗਾੜ ਪਾ ਬੈਠੀ ਸਾਰਾ। ਚੌਰ ਬੰਦ ਹੋ ਗਿਆ। ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ। ਉਹਨਾਂ ਨੂੰ ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ, ਸੰਤ ਜੀ ਤੁਸੀਂ ਹੁਣ ਮੈਂਬਰ ਬਣੇ ਹੋ ਤੇ ਆਹ ਸੇਵਾ ਮਹਾਰਾਜ ਦੇ ਚੌਰ ਤਾਂ ਸ਼ੁਰੂ ਕਰਾਓ। ਤੇ ਸੰਤ ਪ੍ਰੇਮ ਸਿੰਘ ਜੀ ਹੋਰਾਂ ਨੇ, ਮੁਰਾਲੇ ਵਾਲਿਆਂ ਨੇ ਸਤਿਗੁਰਾਂ ਦੇ ਸਰੂਪ ਤੇ ਚੌਰ ਦੁਬਾਰਾ ਸ਼ੁਰੂ ਕਰਾਇਆ। ਸਾਧ ਸੰਗਤ ਜੀ ਇਹੋ ਜਿਹੇ ਕਿੰਤੂ ਪਰੰਤੂ ਵੀ ਮਹਾਰਾਜ ਦੇ ਚੌਰ ਵੀ ਨਾ ਕਰੋ। ਇਹ ਕਿਉਂ ਕਰਦੇ ਵੀ ਸ਼ਰਧਾ ਘਟ ਜੇ, ਸਿੱਖੀ ਘਟ ਜੇ, ਪਿਆਰ ਘਟ ਜੇ। ਸਤਿਗੁਰਾਂ ਦੇ ਸਰੂਪ ਦੇ ਉੱਤੇ ਚੌਰ ਹੋਵੇ, ਚੰਦੋਆ ਲੱਗੇ, ਮਹਾਰਾਜ ਸਾਹਿਬ ਜੀ ਦੇ ਦਰਬਾਰ ਵਿੱਚ ਸੁਗੰਧੀ ਖੁਸ਼ਬੂ ਵਾਲੇ ਫੁੱਲ ਹੋਣ। ਪੁਰਾਣੇ ਜ਼ਮਾਨੇ 'ਚ ਚੰਦਨ ਕੇਸਰ ਹੁੰਦਾ ਸੀ, ਅੱਜ ਕੱਲ ਪਰਫਿਊਮ ਨੇ। ਭਾਵੇਂ ਉਹ ਪਰਫਿਊਮ ਮਾਫ ਕਰਨਾ ਉਹੋ ਜਿਹੇ ਵਧੀਆ ਨਹੀਂ ਹੈਗੇ। ਜਿਹੜਾ ਚੰਦਨ ਦਾ ਜਾਂ ਕੇਸਰ ਦਾ ਆਨੰਦ ਹੈ ਨਾ, ਜਿਹੜੀ ਉਹਨਾਂ ਚੀਜ਼ਾਂ ਦੀ ਸੁਗੰਧੀ ਆ, ਪਰਫਿਊਮ ਤੇ ਐਵੇਂ 2-4 ਮਿੰਟ ਹੀ ਹੈ। ਪਰ ਚਲੋ ਅਸੀਂ ਹੁਣ ਇੰਨਾ ਮਹਿੰਗਾ ਨਾ ਕਰ ਸਕੀਏ ਤੇ ਸੁਗੰਧੀ ਮਹਾਰਾਜ ਦੇ ਦਰਬਾਰ 'ਚ ਸੋਭਾ ਹੋਵੇ। ਕਹਿਣ ਦਾ ਮਤਲਬ ਹੈ ਵੀ ਦਰਬਾਰ 'ਚ ਵੜੇ ਤੇ ਮਨ ਲੱਗੇ, ਤੇ ਸਤਿਗੁਰੂ ਕੋਲ ਬੈਠੇ ਸ਼ਾਂਤੀ ਆਵੇ, ਬਾਣੀ ਪੜ੍ਹੇ, ਅਦਬ ਰੱਖੇ। ਜਿੰਨਾ ਕੋਈ ਅਦਬ ਰੱਖੇਗਾ ਓਨਾ ਹੀ ਮਹਾਰਾਜ ਉਹਨੂੰ ਫਲ ਦੇਣਗੇ। ਹਾਂਜੀ, ਦਿਵਸ ਪ੍ਰਤੀ ਦਰ ਸਾਵਹਿ ਕੋ। ਰੋਜ਼, ਹਰ ਰੋਜ਼, ਐਵਰੀ ਡੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕੇ। ਹੁਣ ਇੱਥੇ ਤੇ ਆਪਾਂ ਐਤਵਾਰ ਜਾਂ ਸ਼ਨੀਵਾਰ ਹੀ ਆਉਂਦੇ ਆ, ਮਜਬੂਰੀਆਂ ਨੇ ਕਈ ਸਿੰਘਾਂ ਦੀਆਂ। ਪਰ ਪੁਰਾਣੇ ਸਿੰਘ ਰੋਜ਼ ਸਵੇਰੇ ਦਰਸ਼ਨ ਕਰੇ ਤੋਂ ਬਿਨਾਂ ਕੰਮ ਤੇ ਨਹੀਂ ਸੀ ਜਾਂਦੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਕੰਮ ਕਰਨਾ, ਸ਼ਾਮ ਨੂੰ ਆ ਕੇ ਫਿਰ ਦਰਸ਼ਨ ਕਰਨੇ, ਰਹਿਰਾ ਸੁਣਨੀ, ਕਥਾ ਕੀਰਤਨ ਸੁਣਨਾ। ਗੁਰਦੁਆਰੇ ਬਣੇ ਕਾਹਦੇ ਵਾਸਤੇ? ਸਵੇਰੇ ਸ਼ਾਮ ਦੀਵਾਨ ਲਾਓ। ਪਰ ਸਵੇਰੇ ਅਸੀਂ ਕਥਾ ਕਰਦੇ ਹੁੰਦੇ ਹਾਂ, ਸ਼ਹੀਦੀ ਫੌਜਾਂ ਹੀ ਸੁਣਦੀਆਂ ਨੇ, ਹੋਰ ਤੇ ਮਹਾਰਾਜ ਜਾਣੇ। ਇਹੋ ਜਿਹਾ ਹੀ ਹਾਲ ਹੁੰਦਾ। ਕਥਾ ਸੁਣਨ ਵੇਲੇ, ਕੀਰਤਨ ਸੁਣਨ ਵੇਲੇ ਸਾਧ ਸੰਗਤ ਜੀ ਕੋਈ ਨਹੀਂ ਬਹਿੰਦਾ। ਤੋ ਇਹ ਦਰਬਾਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਣਨ ਤੇ ਉੱਥੇ ਕੀਰਤਨ ਕਥਾ ਹੋਵੇ, ਦੋਵੇਂ ਟਾਈਮ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਰੋਜ਼ ਕਰੇ ਸਿੱਖ। ਹਾਂਜੀ, ਪਾਠ ਕਰੈ ਕਿ ਸੁਨੈ ਮਨ ਏਕ ਹਵੈ। ਹਾਂ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਪਹਿਲੀ ਗੱਲ ਹੈ ਪਾਠ ਕਰੇ, ਜੇ ਕਰੇ ਨਾ ਕਰ ਸਕੇ ਸੁਣੇ ਜ਼ਰੂਰ। ਜੇ ਕਰ ਵੀ ਸਕੇ ਸੁਣਨ ਦਾ ਫਿਰ ਜ਼ਿਆਦਾ ਆਨੰਦ ਆਉਂਦਾ। ਇਹ ਵੀ ਅਵਸਥਾ ਦਾ ਆਨੰਦ ਆ। ਜਦੋਂ ਪਾਠ ਕਰਨਾ ਆ ਜੇ ਨਾ ਸ਼ੁੱਧ ਪਾਠ, ਤੇ ਫਿਰ ਸ਼ੁੱਧ ਪਾਠੀ ਤੋਂ ਸੁਣੀਏ ਫਿਰ ਹੋਰ ਆਨੰਦ ਬਣਦਾ। ਤੇ ਮਹਾਰਾਜ ਕਹਿੰਦੇ ਪਾਠ ਕਰੇ, ਪਾਠ ਸੁਣੇ ਪ੍ਰੇਮ ਨਾਲ, ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਸੁਣੇ। ਹਾਂਜੀ, ਹੀ ਉਪਦੇਸ਼ ਬਸਾਵਹਿ ਕੋ। ਤੇ ਜੋ ਬਾਣੀ ਉਪਦੇਸ਼ ਕਰਕੇ ਉਹਨੂੰ ਆਪਣੇ ਹਿਰਦੇ 'ਚ ਬਸਾਵੇ। ਹਾਂਜੀ, ਦੇਖਤ ਹੀ ਕਰ ਜੋਰ ਤੂ। ਜਦੋਂ ਗੁਰੂ ਗ੍ਰੰਥ ਸਾਹਿਬ ਨਜ਼ਰ ਆ ਜਾਏ ਉਦੋਂ ਹੀ ਹੱਥ ਜੋੜ ਲੈ। ਮੰਨ ਲਓ ਕਿਤੇ ਬੈਠੇ ਆ, ਇੱਕਦਮ ਮਹਾਰਾਜ ਦਾ ਸਵਾਰਾ ਲੰਘ ਰਿਹਾ, ਖੜੇ ਹੋ ਜਾਓ, ਹੱਥ ਜੋੜ ਕੇ ਉੱਥੋਂ ਹੀ ਉਸੇ ਵੇਲੇ, ਉਸ ਵੇਲੇ ਫਿਰ ਢਿੱਲ ਨਹੀਂ ਕਰਨੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਾਰਾ ਨਜ਼ਰ ਆ ਜਾਏ ਉਦੋਂ ਹੀ ਹੱਥ ਜੋੜ ਕੇ ਨਮਸਕਾਰ ਕਰੇ। ਮਨ ਨਮਰ ਹਵੈ ਸੀਸ ਨਿਵਾਵਹਿ ਗੋ। ਮਨ ਨੀਵਾਂ ਕਰਕੇ ਮੱਥਾ ਟੇਕ, ਉੱਥੋਂ ਹੀ ਟੇਕ ਲਵੇ। ਜੇ ਰਸਤੇ 'ਚ ਵੀ ਜਾ ਰਹੇ ਆ ਤਾਂ ਵੀ ਉੱਥੋਂ ਮਹਾਰਾਜ ਨੂੰ ਮੱਥਾ ਟੇਕਣਾ।
ਜੇ ਮਹਾਰਾਜ ਸਾਹਿਬ ਜੀ ਗੁਰਦੁਆਰੇ 'ਚ ਕੋਈ ਆਏ ਨੇ ਗਏ ਨੇ ਕਿਤੋਂ ਤਾਂ ਵੀ ਹੱਥ ਜੋੜ ਕੇ ਖੜ ਕੇ ਸਤਿਕਾਰ ਕਰਨਾ ਸਤਿਗੁਰੂ ਜੀ ਦਾ। ਹਾਂਜੀ। ਔਰਨ ਕੋ ਉਪਦੇਸ਼ ਕਰੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੂਜਿਆਂ ਨੂੰ ਸੁਣਾਣੀ ਹੈ, ਉਹਦੇ ਅਰਥ ਕਰਕੇ ਸੁਣਾਣੇ ਨੇ, ਬਾਣੀ ਦੇ ਕਥਾ ਕਰਕੇ ਸੁਣਾਣੀ ਹੈ ਖਾਲਸੇ ਨੂੰ। ਹਾਂਜੀ। ਲਿਖ ਆਪ ਇਸੇ ਕੋ ਲਿਖਾਵੈ ਹੈ ਗੋ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰੇਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕਰੇਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇਗਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਣੇ ਸਿਖਾਏਗਾ। ਇਹ ਪੁਰਾਣੇ ਜ਼ਮਾਨੇ ਤੇ ਲਿਖਣ ਦਾ ਹੀ ਸੀ ਨਾ। ਅੱਜ ਕੱਲ੍ਹ ਚਲੋ ਅਸੀਂ ਕੰਪਿਊਟਰ ਤੇ ਗੁਰੂ ਗ੍ਰੰਥ ਸਾਹਿਬ ਹੋਰ ਬੇਅੰਤ ਸਾਡੇ ਕੋਲ ਸਾਧਨ ਆ ਗਏ ਨੇ। ਉਸ ਜ਼ਮਾਨੇ 'ਚ ਹੱਥ ਨਾਲ ਹੀ ਲਿਖੇ ਜਾਂਦੇ। ਜਿਹੜਾ ਗੁਰੂ ਗ੍ਰੰਥ ਸਾਹਿਬ ਲਿਖੇ, ਗੁਰੂ ਗ੍ਰੰਥ ਸਾਹਿਬ ਲਿਖਵਾਵੇ। ਹਾਂਜੀ। ਪ੍ਰੇਮ ਕਰੈ ਕਰ ਮੈਂ ਅਸਥਾਪ ਹੈ। ਪ੍ਰੇਮ ਦੇ ਨਾਲ ਘਰ 'ਚ ਪ੍ਰਕਾਸ਼ ਕਰੇ। ਪਹਿਲਾਂ ਮਾਇਆ ਵੀ ਘੱਟ ਹੁੰਦੀ ਸੀ ਤੇ ਸੰਗਤ ਇਕੱਠੀ ਕਰਕੇ ਨਾ ਮਾਇਆ ਤੇ ਕਾਗਜ਼ ਕਸ਼ਮੀਰ ਤੋਂ ਮੰਗਾਉਂਦੇ ਸੀ ਤੇ ਸਿਆਹੀ ਜਿਹੜੀ ਆ ਉਹ 'ਚ ਸੋਨਾ ਪੈਂਦਾ ਸੀ 2 ਤੋਲੇ। ਜੇ ਗੁਰੂ ਗ੍ਰੰਥ ਸਾਹਿਬ ਲਿਖਿਆ ਜਾਂਦਾ ਉਹ ਸਿਆਹੀ ਵੀ ਮਹਿੰਗੀ ਬਣਦੀ ਸੀ, ਸੋਨਾ ਪਾ ਕੇ ਫਿਰ ਬਣਦੀ ਸੀ ਤੇ 2 ਤੋਲੇ ਸੋਨਾ ਕਿੱਥੋਂ ਸੌਖਾ ਹੁੰਦਾ। ਸੰਗਤ ਨੇ ਮਾਇਆ ਇਕੱਠੀ ਕਰਨੀ ਥੋੜੀ ਥੋੜੀ, ਫਿਰ ਸੋਨਾ ਪਾ ਕੇ ਸਿਆਹੀ ਬਣਾਣੀ, ਪੱਕੀ ਸਿਆਹੀ ਜਿਹੜੀ ਖਿੰਡਦੀ ਨਹੀਂ ਪਟਦੀ ਨਹੀਂ। ਫਿਰ ਉਹਦੇ ਉੱਤੇ ਉਹਦੀ ਚਮਕ ਪੈਂਦੀ ਹੈ ਸੋਨੇ ਦੀ ਵਿੱਚੋਂ। ਉਹ ਗੁਰੂ ਗ੍ਰੰਥ ਸਾਹਿਬ ਐਵੇਂ ਮਾੜੀ ਮੋਟੀ ਸਿਆਹੀ ਨਾਲ ਥੋੜਾ ਲਿਖਿਆ ਜਾਂਦਾ ਸੀ, ਮਹਿੰਗਾ ਕੰਮ ਸੀਗਾ। ਮਹਾਰਾਜ ਕਹਿੰਦੇ ਜਿਹੜਾ ਉਸ ਸੇਵਾ 'ਚ ਮਾਇਆ ਦੇਵੇ, ਕੋਈ ਕਾਗਜ਼ ਲਿਆ ਦੇਵੇ, ਕੋਈ ਸਿਆਹੀ ਬਣਾ ਦੇਵੇ, ਕੋਈ ਥੋੜੀ ਤੋਂ ਥੋੜੀ ਇਕੱਠੀ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਵੇ, ਲਿਖੇ, ਉਹਦੇ ਤੇ ਬੜੀ ਕਿਰਪਾ ਹੋਵੇਗੀ, ਬੜੀ ਕਿਰਪਾ ਹੋਵੇਗੀ। ਹਾਂਜੀ। ਪਾਠ ਸੁਣੇ ਹਰ ਖਾਵੈ ਹੈ ਗੋ। ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣੇ ਖੁਸ਼ੀਆਂ ਮਿਲਣਗੀਆਂ। ਹਾਂਜੀ। ਸੋ ਜਗ ਬੰਧਨ ਛੇਦਨ ਕੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇਗਾ, ਸੁਣੇਗਾ, ਲਿਖੇਗਾ, ਲਿਖਾਏਗਾ, ਗਾਏਗਾ, ਕਥਾ ਕਰੇਗਾ, ਕਥਾ ਸੁਣੇਗਾ, ਉਹਦੇ ਜਗਤ ਦੇ ਬੰਧਨ ਕੱਟੇ ਜਾਣਗੇ। ਹਾਂਜੀ। ਨਰ ਅੰਤ ਗਤੀ ਸ਼ੁਭ ਪਾਵੈ ਹੈ। ਉਹ ਬੰਦਾ ਅੰਤ ਨੂੰ ਮੁਕਤੀ ਪਾਏਗਾ, ਉਹਨੂੰ ਗਰੰਟੀ ਹੈ। ਗੁਰੂ ਗ੍ਰੰਥ ਸਾਹਿਬ ਉਹਨੂੰ ਜਮਾਂ ਦੇ ਵਸ ਨਹੀਂ ਪੈਣ ਦੇਣਗੇ। ਹਾਂਜੀ। ਕਾਰਜ ਹੋਏ ਸੰਪੂਰਨ ਵਾਂਛਤ। ਜਿਹੜਾ ਕੋਈ ਦੁਨਿਆਵੀ ਕੰਮ ਵੀ ਹੋਵੇ, ਆਪਾਂ ਵੀ ਅਖੰਡ ਪਾਠ ਸਾਹਿਬ ਕਰਾਉਂਦੇ ਆ, ਦੁਨਿਆਵੀ ਕੰਮ ਵੀ ਅੜ ਜਾਂਦੇ ਕਈ ਵਾਰੀ। ਸਾਡੇ ਦੁਨੀਆ ਬਾਲ ਬੱਚੇਦਾਰ ਆ, ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਮਕਾਨ ਵੀ ਚਾਹੀਦਾ। ਕੋਈ ਦੁਨਿਆਵੀ ਕੰਮ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇ, ਸੁਣੇ, ਉਹ ਕੰਮ ਵੀ ਪੂਰਾ ਹੋਵੇਗਾ। ਇਹ ਵੀ ਗੁਰੂ ਸਾਹਿਬ ਗਰੰਟੀ ਦੇ ਰਹੇ ਨੇ। ਹਾਂਜੀ। ਪਾਠ ਕਰਾ ਕੇ ਕਰਵਾਹੇ ਗੋ। ਪਾਠ ਕਰੇ, ਜੇ ਨਹੀਂ ਕਰ ਸਕਦਾ ਤੇ ਕਰਵਾਵੇ। ਪਾਠ ਪਹਿਲੇ ਨੰਬਰ ਤੇ ਆਪ ਕਰਨਾ ਚਾਹੀਦਾ। ਜੇ ਭਾਈ ਨਹੀਂ ਕੋਈ ਪੜਿਆ ਹੋਇਆ ਤੇ ਉਹ ਪਾਠੀ ਸਿੰਘਾਂ ਦੇ ਸੁਣੇ, ਪਾਠ ਕਰਵਾਵੇ। ਹਾਂਜੀ। ਭੋਗ ਪਰੇ ਕਰਵਾਏ ਤੇ ਹਾਵਲ। ਜਦੋਂ ਭੋਗ ਪਵੇ ਉਦੋਂ ਕੜਾਹ ਪ੍ਰਸ਼ਾਦ ਦੀ ਦੇਗ ਕਰਾਵੇ। ਭੋਗ ਪਰੇ ਕਰਾਏ ਤਿਹਾਵਲ। ਤਿਹਾਵਲ ਕਹਿੰਦੇ ਕੜਾਹ ਪ੍ਰਸ਼ਾਦ। ਤੋ ਕੜਾਹ ਪ੍ਰਸ਼ਾਦ ਕਰਾਵੇ ਭੋਗ ਦੇ ਸਮੇਂ, ਆਰੰਭ ਵੇਲੇ ਵੀ, ਮੱਧ ਵੇਲੇ ਵੀ, ਤੇ ਖੰਡ ਪਾਠ ਹੋਵੇ ਤੇ ਭੋਗ ਵੇਲੇ ਤਿੰਨੇ ਦੇਗਾਂ ਬਣਦੀਆਂ। ਜੇ ਸਹਿਜ ਪਾਠ ਹੋਵੇ ਤੇ ਸ਼ੁਰੂ ਵਿੱਚ ਤੇ ਭੋਗ ਤੇ ਦੇਗ ਬਣਦੀ, ਘੱਟੋ ਘੱਟ ਕੜਾਹ ਪ੍ਰਸ਼ਾਦ ਦੀ ਦੇਗ ਜ਼ਰੂਰ ਭੇਟਾ ਕਰੇ। ਹਾਂਜੀ। ਆਪ ਖੜੋ ਹੋਏ ਜਾਵਹਿ ਗੋ। ਤੇ ਜਿਹੜਾ ਅਰਦਾਸ ਕਰਾਉਣ ਵਾਲਾ ਆਪ ਖੜਾ ਹੋਵੇ, ਕੜਾਹ ਪ੍ਰਸ਼ਾਦ ਦੀ ਦੇਗ ਰੱਖ ਕੇ ਤੇ ਗਲ ਪੱਲਾ ਪਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਜਾਵੇ। ਹਾਂਜੀ। ਹੱਥ ਕੋ ਜੋੜ ਕਰੈ ਅਰਦਾਸ। ਹੱਥ ਜੋੜ ਕੇ ਅਰਦਾਸ ਕਰੇ, हे ਮੇਰੇ ਮਾਲਕ, हे ਮੇਰੇ ਸਤਿਗੁਰੂ, हे ਗੁਰੂ ਗ੍ਰੰਥ ਸਾਹਿਬ ਗਰੀਬ ਨਵਾਜ਼, ਮੈਂ ਤੇਰੀ ਸ਼ਰਨ ਵਿੱਚ ਆਇਆ। ਮੇਰੇ ਗਰੀਬ ਦਾ ਇਹ ਕੰਮ ਹੈ, ਮੇਰੇ ਤੇ ਕਿਰਪਾ ਕਰੋ, ਮੇਰਾ ਕਾਰਜ ਰਾਸ ਕਰੋ। ਏਦਾਂ ਭਾਵਨਾ ਨਾਲ, ਸ਼ਰਧਾ ਨਾਲ ਬੇਨਤੀ ਕਰੇ। ਹਾਂਜੀ। ਮਨੋਰਥ ਕੋ ਮਨ ਲਿਆਵਹਿ ਗੋ। ਜਿਹੜਾ ਮਨ ਦਾ ਕੋਈ ਮਨੋਰਥ ਹੈ, ਜਿਹੜੀ ਕੋਈ ਮੰਗ ਹੈ, ਉਹ ਮਹਾਰਾਜ ਦੇ ਅੱਗੇ ਰੱਖੇ। ਹਾਂਜੀ। ਕਿਉਂ ਨ ਕਹੋ ਤਹ ਪੂਰਨ ਹਵੈ। ਗੁਰੂ ਅਰਜਨ ਦੇਵ ਜੀ ਕਹਿੰਦੇ ਜ਼ਰੂਰ ਪੂਰੀ ਹੋਵੇਗੀ, ਪਰ ਮੰਗ ਚੰਗੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਮੇਰੇ ਗਵਾਂਢੀ ਦੀ ਲੱਤ ਟੁੱਟ ਜੇ, ਕਿਸੇ ਦੀ ਬਾਂਹ ਟੁੱਟ ਜੇ, ਫਲਾਣੇ ਦਾ ਨੁਕਸਾਨ ਹੋ ਜੇ। ਏਦਾਂ ਦੀ ਮੰਗ ਨਾ ਕਰੇ, ਮਾੜੀ ਮੰਗ ਨਾ ਕਰੇ, ਚੰਗੀ ਮੰਗੇ, ਸਰਬੱਤ ਦਾ ਭਲਾ ਮੰਗੇ ਤੇ ਆਪਣਾ ਵੀ ਮੰਗ ਲੈ ਤੇ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੋਵੇਗੀ। ਮਹਾਰਾਜ ਕਹਿੰਦੇ ਮਨੋਰਥ ਪੂਰੇ ਹੋਣਗੇ। ਹਾਂਜੀ। ਚਿਤ ਚਾਹਤ ਸੋ ਨਰ ਪਾਵਹਿ ਗੋ। ਜੋ ਚਾਹੁੰਦਾ ਮਨ ਵਿੱਚ ਉਹ ਮਿਲ ਜਾਏਗਾ। ਹਾਂਜੀ। ਸਿੱਖ ਸਰੀਰ ਤਜਾ ਤਿਸ ਪੀਛਾ ਹੈ। ਕੋਈ ਗੁਰੂ ਕਾ ਸਿੱਖ ਚੜ੍ਹਾਈ ਕਰ ਜੇ, ਕਿਸੇ ਦਾ ਸਮਾਂ ਪੂਰਾ ਹੋ ਜੇ, ਸਾਰਿਆਂ ਨੇ ਦੁਨੀਆ ਤੋਂ ਜਾਣਾ, ਜਦੋਂ ਕੋਈ ਦੁਨੀਆ ਤੋਂ ਚਲਾ ਜਾਵੇ, ਗ੍ਰੰਥ ਕੋ ਪਾਠ ਕਰਾਵਹਿ ਗੋ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਵੇ, ਉਹਦਾ ਸੰਸਕਾਰ ਕਰਕੇ ਆਵਣ, ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਵੇ। ਪਾਠ ਚੱਲ ਪਵੇ 7 ਦਿਨ, 10 ਦਿਨ, 13 ਦਿਨ, ਜਿਵੇਂ ਕੋਈ
ਉਹ ਸਮੇਂ ਦੀ ਮਰਿਆਦਾ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸਾਰਾ ਪਰਿਵਾਰ ਸੁਣੀ ਜਾਵੇ। ਹਾਂਜੀ, ਕੋਸ਼ਿਸ਼ ਕੋ ਅਰ ਪੈ ਤਪ ਪਾਠਕ। ਜਦੋਂ ਮਹਾਰਾਜ ਦੇ ਪਾਠ ਦਾ ਭੋਗ ਪਵੇ, ਗ੍ਰੰਥੀ ਸਿੰਘ ਨੂੰ ਬੜੇ ਸੋਹਣੇ ਬਸਤਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਭੇਟਾ ਕਰੇ। ਹਾਂਜੀ, ਭੋਜਨ ਚਾਰ ਖਿਲਾਵਹਿ ਕੋ। ਪਾਠੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਵੇ, ਜਿੰਨਾ ਕੁ ਬਿੱਤ ਹੈ ਸੋਹਣਾ ਭੋਜਨ ਬਣਾ ਕੇ ਛਕਾਵੇ ਪਾਠੀ ਸਿੰਘਾਂ ਨੂੰ, ਤੇ ਬਸਤਰ ਭੇਟਾ ਕਰੇ, ਤੇ ਲੰਗਰ ਸੰਗਤ ਵਾਸਤੇ ਜਿੰਨੀ ਕੁ, ਇਹ ਨਹੀਂ ਮਾਰੇ ਕਹਿੰਦੇ ਵੀ ਜੇ ਕੋਈ ਹੈ ਨਹੀਂ ਜੇਬ ਵਿੱਚ ਤੇ ਜ਼ਿਆਦਾ ਖਰਚੇ, ਪਰ ਜੇ ਪ੍ਰਸ਼ਾਦਾ ਘੱਟੋ ਘੱਟ ਗ੍ਰੰਥੀ ਸਿੰਘ ਨੂੰ ਘਰ 'ਚ ਆਪ ਛਕਣਾ, ਤੇ ਉਹਨੇ ਬਾਣੀ ਨੇ ਤੇ ਪੜ੍ਹਨ ਵਾਲੇ ਨੇ ਤੇ ਛਕਣਾ, ਉਹਨੂੰ ਵੀ ਛਕਾਵੇ। ਤੇ ਜੇ ਕੋਈ ਉਹਦੇ ਕੋਲ ਵਾਸਤੇ ਬਸਤਰ ਕੱਪੜਾ ਜ਼ਿਆਦਾ ਵਧੀਆ ਦੇ ਦੇਵੇ, ਜੇ ਗਰੀਬੀ ਦਾਵੇ ਤਾਂ ਗਰੀਬੀ ਦਾਵੇ ਦਾ ਦੇ ਦੇਵੇ। ਮਹਾਰਾਜ ਮਰਿਆਦਾ ਬਣਾ ਰਹੇ ਆ ਵੀ ਇਦਾਂ ਪੰਥ ਚੱਲੇਗਾ ਸਾਡਾ। ਹਾਂਜੀ, ਔਰ ਜਥਾ ਸ਼ਕਤੀ ਤਹ ਸੇਵਹਿ। ਜਥਾ ਸ਼ਕਤੀ ਜੇ ਮਾਇਆ ਹੋਵੇ ਉਹਨੂੰ ਮਾਇਆ ਵੀ ਦੇਵੇ ਪਾਠ ਕਰਨ ਵਾਲੇ ਨੂੰ। ਹਾਂਜੀ, ਵਿਆਇ ਕਰਾਹੁ ਪ੍ਰਤਾਵੈ ਕੋ। ਤੇ ਕੜਾ ਪ੍ਰਸ਼ਾਦ ਦੀ ਦੇਗ ਜ਼ਰੂਰ ਭੋਗ ਲਵਾਵੇ। ਇਹ ਮਹਾਰਾਜ ਕਹਿੰਦੇ ਮਰਿਆਦਾ 'ਚ ਰੱਖੇ, ਘੱਟੋ ਘੱਟ ਥੋੜੇ ਤੋਂ ਥੋੜਾ, ਜੇ ਗਰੀਬ ਤੋਂ ਵੀ ਗਰੀਬ ਹੈ ਤੇ ਘੱਟੋ ਘੱਟ ਪਾਈਆ ਦੁਪਾਈਆ ਦੀ ਦੇਗ ਕੜਾ ਪ੍ਰਸ਼ਾਦ ਦੀ ਉਹ ਮਹਾਰਾਜ ਨੂੰ ਭੇਟਾ ਕਰ ਦੇਵੇ, ਖੁਸ਼ੀ ਮਿਲ ਜੇਗੀ। ਹਾਂਜੀ, ਸੋ ਸਿੱਖ ਹੋਏ ਸੁਖੇਨ ਮਹਾ। ਮਹਾਰਾਜ ਕਹਿੰਦੇ ਸੁਖੈਨ ਹੀ ਉਹਦਾ ਕਲਿਆਣ ਹੋ ਜਾਏਗਾ, ਉਹਦਾ ਭਲਾ ਹੋ ਜਾਏਗਾ, ਉਹਦੀ ਮੁਕਤੀ ਹੋ ਜਾਏਗੀ, ਉਹਨੂੰ ਦੁੱਖ ਉਹਦੇ ਕੱਟੇ ਜਾਣਗੇ, ਸੁੱਖ ਉਹਦੇ ਘਰ ਆ ਜਾਣਗੇ। ਮਹਾਰਾਜ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਹਾਂਜੀ, ਪਰ ਲੋਕ ਵਿਖਾ ਹਰ ਖਾਵਹਿ ਗੋ। ਪਰਲੋਕ ਵਿੱਚ ਉਹ ਬੜਾ ਖੁਸ਼ ਹੋਵੇਗਾ, ਲੋਕ ਪਰਲੋਕ ਉਹਦਾ ਸੁਧਰ ਜਾਏਗਾ, ਇੱਥੇ ਵੀ ਸੁਖੀ ਅੱਗੇ ਵੀ, ਦੋਵੇਂ ਜਹਾਨਾਂ। ਜਿਹੜੀ ਆਤਮਾ ਦੇ ਨਿਮਿਤ ਪਾਠ ਹੁੰਦਾ ਉਹਦਾ ਵੀ ਭਲਾ ਹੁੰਦਾ। ਅੱਜ ਕੱਲ ਤਾਂ ਕਈ ਪ੍ਰਚਾਰ ਕਰਦੇ ਨਹੀਂ ਜੀ, ਕੋਈ ਬੰਦਾ ਚੜ੍ਹਾਈ ਕਰ ਗਿਆ ਉਹਦੇ ਪਿੱਛੇ ਪਾਠ ਕਰਾਉਣ ਦੀ ਕੋਈ ਲੋੜ ਨਹੀਂ। ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪ ਤਰੈ ਜਨ ਪਿਤਰਾਂ ਤਾਰੇ। ਪਿੱਤਰ ਕੌਣ ਹੁੰਦੇ ਨੇ? ਜਿਹੜੇ ਗੁਜ਼ਰ ਚੁੱਕੇ ਹੁੰਦੇ ਨੇ, ਉਹ ਵੀ ਤਰ ਜਾਂਦੇ ਨੇ ਗੁਰਬਾਣੀ ਦਾ ਪਾਠ ਕਰਨ ਨਾਲ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਹਾਂਜੀ, ਔਰ ਕਹਾ ਲਖ ਜੇ ਜਗ ਕਾਰਜ। ਹੋਰ ਕਿਹੜੇ ਕਿਹੜੇ ਦਸੀਏ ਜਿੰਨੇ ਵੀ ਜਗਤ ਦੇ ਕਾਰਜ ਹਨ ਭਾਈ, ਪਾਠ ਕਰੇ ਸਿੱਧ ਹੋਵਹਿ ਗੋਏ। ਹਾਂ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਨਾਲ ਸਾਰੇ ਕਾਰਜ ਸਿੱਧ ਹੋ ਜਾਣਗੇ। ਹਾਂਜੀ, ਸੰਤ ਮਹੰਤ ਚਾਹੈ ਨਹਿਓ। ਕਹਿੰਦੇ ਸੰਤ ਮਹੰਤ ਜਿਹੜੇ ਗੁਰੂ ਦੇ ਪਿਆਰੇ, ਹਾਂਜੀ, ਪਠ ਪ੍ਰੇਮ ਕਰੇ ਪ੍ਰਭ ਜੋ ਵਹਿ ਗੇ। ਉਹ ਦੁਨਿਆਵੀ ਮੰਗਾਂ ਨਹੀਂ ਮੰਗਣਗੇ। ਦੇਖੋ ਇਹ ਵੀ ਮਹਾਰਾਜ ਦੱਸ ਰਹੇ ਨੇ, ਇੱਕ ਹੋਣਗੇ ਸਾਡੇ ਵਰਗੇ ਗ੍ਰਸਤੀ ਬੰਦੇ, ਉਹ ਦੁਨਿਆਵੀ ਮੰਗਾਂ ਮੰਗਣਗੇ। ਜਿਹੜੇ ਸੰਤ ਮਹਾਂਪੁਰਸ਼ ਹੋਣਗੇ ਉਹ ਦੁਨਿਆਵੀ ਚੀਜ਼ਾਂ ਦੀ ਅਰਦਾਸ ਨਹੀਂ ਕਰਨਗੇ ਆਪਣੇ ਵਾਸਤੇ ਵੀ ਸਾਨੂੰ ਵਧੀਆ ਕੋਠੀ ਮਿਲ ਜੇ, ਵਧੀਆ ਕਾਰ ਮਿਲ ਜੇ, ਸਾਡਾ ਕਾਰੋਬਾਰ ਵਧੀਆ ਚੱਲ ਜੇ। ਉਹ ਨਹੀਂ ਮੰਗਣਗੇ। ਉਹ ਕੀ ਮੰਗਣਗੇ ਕਿ ਅਕਾਲ ਪੁਰਖ ਤੇਰੇ ਦਰਸ਼ਨ ਹੋ ਜਾਣ, ਤੇਰੇ ਦੀਦਾਰ ਹੋ ਜਾਣ, ਤੇਰੀ ਭਗਤੀ ਦਾ ਰੰਗ ਚੜ ਜਾਵੇ। ਉਹਨਾਂ ਦੀ ਅਵਸਥਾ ਉੱਚੀ ਹੋਵੇਗੀ। ਸਾਰੇ ਆਪਾਂ ਜਿੰਨੇ ਬੈਠੇ ਆ, ਤੁਸੀਂ ਸਾਰੇ ਇਹ ਨਾ ਸਮਝਣਾ ਸਾਰਿਆਂ ਦੀ ਇੱਕੋ ਜਿਹੀ ਅਵਸਥਾ ਹੈ। ਇੱਥੇ ਵੱਖਰੀ ਵੱਖਰੀ ਅਵਸਥਾ ਦੇ ਆਪਾਂ ਆਉਂਦੇ ਆ। ਕਿਸੇ ਦੀ ਦੁਨਿਆਵੀ ਮੰਗ ਹੁੰਦੀ ਹੈ, ਕਿਸੇ ਦੀ ਪਰਮਾਰਥੀ ਮੰਗ ਹੁੰਦੀ ਹੈ। ਜਿਹੜੇ ਸੰਤ ਮਹੰਤ ਹੋਣਗੇ ਰੱਬ ਦੇ ਪਿਆਰੇ, ਉਹ ਇਹ ਚੀਜ਼ਾਂ ਨਹੀਂ ਮੰਗਣਗੇ। ਹਾਂਜੀ, ਦਿਵਸ ਨਿਸਾਸ ਮੈਂ ਰਹਿ ਸਤਨਾਮ। ਉਹ ਦਿਨ ਰਾਤ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ। ਉਹ ਗੁਰੂ ਗ੍ਰੰਥ ਸਾਹਿਬ ਕੋਲੋਂ ਸਿਰਫ ਨਾਮ ਮੰਗਣਗੇ। ਇਹਦਾ ਮਤਲਬ ਇਹ ਨਹੀਂ ਕਿ ਦੁਨਿਆਵੀ ਮੰਗਾਂ ਮੰਗਣੀਆਂ ਮਾੜੀ ਚੀਜ਼ ਨੇ, ਪਰ ਦੁਨਿਆਵੀ ਚੀਜ਼ਾਂ ਥੱਲੇ ਦੀ ਗੱਲ ਨੇ। ਹੁਣ ਅਸੀਂ ਦੁਨਿਆਵੀ ਬੰਦੇ ਆ, ਮੈਂ ਵੀ ਵਿੱਚ ਹੀ ਆ ਭਾਈ। ਅਸੀਂ ਤੇ ਆਪਣੇ ਹਿਸਾਬ ਨਾਲ ਸੋਚਣਾ, ਸਾਨੂੰ ਰੋਟੀ ਚਾਹੀਦੀ, ਕੱਪੜਾ ਚਾਹੀਦਾ, ਅਸੀਂ ਗੁਰੂ ਕੋਲੋਂ ਹੀ ਮੰਗਾਂਗੇ। ਪਰ ਸਾਡੇ ਤੋਂ ਉੱਪਰਲੇ ਲੈਵਲ ਦੇ ਹੁੰਦੇ ਨੇ ਜਿਹੜੇ ਮਹਾਂਪੁਰਸ਼, ਸੰਤ, ਭਗਤ, ਬ੍ਰਹਮ ਗਿਆਨੀ, ਉਹ ਨਹੀਂ ਮੰਗਦੇ ਗੁਰੂ ਗ੍ਰੰਥ ਸਾਹਿਬ ਕੋਲ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਬਸ ਇੱਕ ਨਾਮ ਦੀ ਦਾਤ ਮਿਲੇ, ਅੰਮ੍ਰਿਤ ਵੇਲੇ ਦਾ ਜਾਗਣਾ ਮਿਲੇ, ਦਿਨ ਰਾਤ ਵਾਹਿਗੁਰੂ ਵਾਹਿਗੁਰੂ ਜਪੀਏ, ਕੀਰਤਨ ਭਜਨ ਦੀ ਦਾਤ ਦੇਈ ਰੱਖੀ। ਜਿੰਨੀ ਦੁਨੀਆ ਦੀ ਭੁੱਖ ਗਰੀਬੀ ਸਾਨੂੰ ਦੇ ਦੀ, ਆਖੋ ਸ੍ਰੀ ਵਾਹਿਗੁਰੂ। ਜਿੰਨੇ ਦੁੱਖ ਨੇ ਸਾਨੂੰ ਦੇ ਦੀ, ਉਹ ਦੁੱਖ ਮੰਗ ਲੈਂਦੇ ਨੇ ਪਰ ਨਾਮ ਮੰਗਦੇ। ਉਹ ਨਾਮ ਦੇ ਵਿੱਚ ਦੁੱਖ ਰਹਿੰਦਾ ਕੋਈ ਨਹੀਂ। ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਆ, ਨਾਮ ਨਹੀਂ ਮੰਗਦੇ, ਫਿਰ ਦੁੱਖ ਆ ਜਾਂਦਾ। ਇਹ ਫਰਕ ਹੈ। ਹਾਂਜੀ, ਕਿ ਗ੍ਰੰਥ ਪਠਿਆ ਅਗ ਖੋਵਹਿ ਗੇ। ਜਿਹੜੇ ਬਾਣੀ ਪੜ੍ਹਨਗੇ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਪਾਪ ਕੱਟੇ ਜਾਣਗੇ, ਦੁੱਖ ਕੱਟੇ ਜਾਣਗੇ। ਹਾਂਜੀ, ਅੰਤ ਸਮੈ ਜਮ ਕੋ ਨ ਪਿਖੈ। ਅੰਤ ਨੂੰ ਜਮਾਂ ਦੇ ਦਰਸ਼ਨ ਨਹੀਂ ਹੋਣ, ਜਮਾਂ ਦਾ ਮੂੰਹ ਨਹੀਂ ਵੇਖਣਾ ਪਏਗਾ। ਹਾਂਜੀ, ਮਿਲ ਆਏ ਹਮੈ ਸੋ ਅਲੋ ਵਹਿ
ਆਵਣਗੇ। ਉਹ ਸਾਡੇ ਕੋਲ ਆ ਜਾਣਗੇ ਸੱਚਖੰਡ 'ਚ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ ਦਰਸ਼ਨ ਹੋਣਗੇ ਉਹਨਾਂ ਨੂੰ। ਹਾਂਜੀ। ਦੋਹਰਾ ਬੈਠੇ ਸ੍ਰੀ ਗੁਰੂ ਰਾਮਸਰ। ਗੁਰੂ ਅਰਜਨ ਦੇਵ ਜੀ ਰਾਮਸਰ ਤੀਰਥ ਤੇ ਬੈਠੇ ਨੇ। ਬੰਨੋ ਆਨਿਓ ਗ੍ਰੰਥ। ਭਾਈ ਬੰਨੋ ਜੀ ਦੂਜਾ ਗੁਰੂ ਗ੍ਰੰਥ ਸਾਹਿਬ ਲੈ ਆਏ ਨੇ। ਤਹਾਂ ਮਹਾਤਮ ਇਹ ਕਹਿਓ। ਦੋਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਰੱਖ ਕੇ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਮਹਾਤਮ ਦੱਸਿਆ ਹੈ। ਹਾਂਜੀ। ਦੇਨ ਸੀਖ ਨਿਜ ਪੰਥ। ਆਪਣੇ ਸਿੱਖਾਂ ਨੂੰ ਆਪਣੇ ਪੰਥ ਨੂੰ ਸਿੱਖਿਆ ਦੇਣ ਲਈ ਸਾਨੂੰ ਇਹ ਰਾਹ ਪਾਇਆ। ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਹੁਣ ਜਿਵੇਂ ਪਿਆਰ ਕਰਦੇ ਆਂ, ਮੱਥਾ ਟੇਕਦੇ ਆਂ, ਇੱਕਦਮ ਥੋੜਾ ਹੋ ਗਿਆ। ਪਹਿਲਾਂ ਸਾਡੇ ਮਾਂ-ਬਾਪ ਸਾਨੂੰ ਦਿਖਾ ਗਏ ਨੇ, ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਦਿਖਾ ਗਏ ਸੀ। 400 ਸਾਲ ਹੋ ਗਏ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਇਦਾਂ ਪੂਜਾ ਹੌਲੇ 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 ਸਮਝ ਆਈ ਲੋਕਾਂ ਨੂੰ, ਵੱਧਦੀ ਜਾ ਰਹੀ ਹੈ। ਮਹਾਰਾਜ ਦੀ ਕਿਰਪਾ ਕਰੇ ਸਾਰੀ ਦੁਨੀਆ ਨੂੰ ਸਮਝ ਆਵੇ, ਭਾਵਨਾ ਹੋਵੇ, ਸ਼ਰਧਾ ਹੋਵੇ, ਬਾਣੀ ਪੜ੍ਹਨਾ, ਸੁਣਨਾ, ਜਪਣਾ, ਗਾਣਾ, ਧਿਆਣਾ ਇਹ ਸਾਡਾ ਬਣਿਆ ਰਵੇ ਤੇ ਗੁਰੂ ਦੇ ਲੰਗਰ ਵੀ ਚੱਲਦੇ ਰਹਿਣ, ਸੰਗਤਾਂ ਛਕਦੀਆਂ ਰਹਿਣ। ਇਹੀ ਸਾਧ ਸੰਗਤ ਦੀ ਸੁੱਖ ਮੰਗਿਆ ਕਰੋ, ਦੁੱਖ ਨਹੀਂ ਮੰਗਣਾ ਚਾਹੀਦਾ। ਜਿਹੜੇ ਕਹਿੰਦੇ ਨਾ ਵੀ ਗੁਰਸਿੱਖੀ ਰਹਿਣ ਨਹੀਂ ਦੇਣੀ, 50 ਸਾਲਾਂ 'ਚ ਸਿੱਖੀ ਖਤਮ ਕਰ ਦੇਣੀ ਹੈ, ਉਹ ਅਬਦਾਲੀ ਨਹੀਂ ਖਤਮ ਕਰ ਸਕਿਆ, ਸਿੱਖੀ ਕੀ ਖਤਮ ਨਹੀਂ ਹੋਣੀ। ਠੀਕ ਹੈ, ਕੁਝ ਸਮੇਂ ਲਈ ਸਾਡੇ ਵਿੱਚ ਇਹੋ ਜਿਹੇ ਉਤਰਾਅ ਚੜਾਅ ਆਉਂਦੇ ਰਹਿੰਦੇ ਸਮੇਂ ਦੇ, ਪਰ ਇਹ ਬੂਟਾ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਕਲਗੀਧਰ ਦਾ ਲਾਇਆ ਹੋਇਆ, ਇਹ ਖਤਮ ਹੋਣ ਵਾਲਾ ਨਹੀਂ। ਸਾਰੇ ਆਪਾਂ ਮਹਾਰਾਜ ਦੇ ਚਰਨਾਂ ਨਾਲ ਬਾਣੀ ਨਾਲ ਜੁੜ ਜਾਈਏ, ਫਿਰ ਸਾਨੂੰ ਕੋਈ ਨਹੀਂ ਖਤਰਾ। ਖਤਰਾ ਉਦੋਂ ਹੁੰਦਾ ਹੈ ਪੰਥ ਨੂੰ ਖਤਰਾ। ਆਮ ਆਪਾਂ ਸੁਣਿਆ ਪੰਥ ਨੂੰ ਖਤਰਾ ਨਹੀਂ ਹੁੰਦਾ, ਵੋਟਾਂ ਨੂੰ ਖਤਰਾ ਹੁੰਦਾ। ਤੇ ਪੰਥ ਨੂੰ ਖਤਰਾ ਉਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਜਾਵੇ ਖਤਰਾ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਸ਼ਬਦ ਪੜ੍ਹਦੇ, ਬਾਣੀ ਪੜ੍ਹਦੇ ਆ